ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਵਿਆਕਰਣ ਭਾਗ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਬਾਰੇ ਗੱਲ ਕਰਾਂਗੇ। ਉਹ ਵਿਸ਼ਾ ਹੈ ਇੱਕ ਲੇਖ ਜੋ ਕਿ ਤੁਸੀਂ ਛੋਟੀਆਂ ਜਮਾਤਾਂ ਤੋਂ ਹੀ ਤਕਰੀਬਨ ਪਹਿਲੀ ਦੂਜੀ ਜਮਾਤ ਤੋਂ ਹੀ ਤੁਸੀਂ ਲੇਖ ਲਿਖਣੇ ਸ਼ੁਰੂ ਕਰ ਦਿੰਦੇ ਹੋ। ਉਹ ਲੇਖ ਚਾਹੇ ਮੇਰੀ ਪਹਿਚਾਣ, ਜਿਹਨੂੰ ਕਿ ਅਸੀਂ ਮਾਈ ਸੈਲਫ ਵੀ ਕਹਿੰਦੇ ਹਾਂ, ਚਾਹੇ ਉਹ ਮੇਰਾ ਸਕੂਲ ਹੋਵੇ, ਮੇਰਾ ਅਧਿਆਪਕ ਹੋਵੇ, ਮੇਰੇ ਪਿਤਾ ਜੀ, ਮੇਰੇ ਮਾਤਾ ਜੀ, ਇਸ ਤਰ੍ਹਾਂ ਦੇ ਲੇਖ ਤੁਸੀਂ ਛੋਟੀਆਂ ਜਮਾਤਾਂ ਤੋਂ ਹੀ ਲਿਖਣੇ ਸ਼ੁਰੂ ਕਰ ਦਿੰਦੇ ਹੋ। ਜਿਵੇਂ ਤੁਸੀਂ ਅੱਗੇ ਵੱਡੀਆਂ ਜਮਾਤਾਂ ਵਿੱਚ ਜਾਂਦੇ ਹੋ ਤਾਂ ਦੀਵਾਲੀ, ਦੁਸਹਿਰਾ, ਅੱਖੀਂ ਡਿੱਠਾ ਮੇਲਾ, ਇਸ ਤਰ੍ਹਾਂ ਦੇ ਲੇਖ ਲਿਖਣੇ ਸ਼ੁਰੂ ਕਰਦੇ ਹੋ। ਇਸ ਤੋਂ ਅੱਗੇ ਜਦੋਂ ਤੁਸੀਂ ਜਾਂਦੇ ਹੋ ਤਾਂ ਫਿਰ ਪ੍ਰਦੂਸ਼ਣ ਦੀ ਸਮੱਸਿਆ, ਦਾਜ ਦੀ ਸਮੱਸਿਆ, ਟੀਵੀ ਦੇ ਲਾਭ ਹਾਨੀਆਂ, ਕੰਪਿਊਟਰ ਦੇ ਲਾਭ ਹਾਨੀਆਂ, ਇਸ ਤਰ੍ਹਾਂ ਦੇ ਜਿਹੜੇ ਆ ਲੇਖ ਤੁਸੀਂ ਅੱਗੇ ਵੱਡੀਆਂ ਜਮਾਤਾਂ ਦੇ ਵਿੱਚ ਲਿਖਦੇ ਹੋ। ਇਸੇ ਤਰ੍ਹਾਂ ਦੀ ਅੱਜ ਆਪਣਾ ਇੱਕ ਵਿਸ਼ਾ ਹੈ ਜਿਸ ਦਾ ਨਾਮ ਹੈ ਵਿਦਿਆਰਥੀ ਅਤੇ ਅਨੁਸ਼ਾਸਨ। ਇਸ ਟੌਪਿਕ ਦੇ ਬਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ ਵਿਦਿਆਰਥੀਓ ਆਪਾਂ ਇਹ ਗੱਲ ਕਰਾਂਗੇ ਕਿ ਇੱਕ ਲੇਖ ਨੂੰ ਲਿਖਣ ਤੋਂ ਪਹਿਲਾਂ ਕਿਹੜੀਆਂ ਖਾਸ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਔਰ ਉਹਨਾਂ ਖਾਸ ਗੱਲਾਂ ਦਾ ਧਿਆਨ ਰੱਖ ਕੇ ਕਿਵੇਂ ਅਸੀਂ ਆਪਣੇ ਮਨ ਦੇ ਭਾਵ ਵਧੀਆ ਤਰੀਕੇ ਨਾਲ ਇੱਕ ਲੇਖ ਦੇ ਵਿੱਚ ਪੇਸ਼ ਕਰ ਸਕਦੇ ਹਾਂ ਔਰ ਇੱਕ ਵਧੀਆ ਤਰੀਕੇ ਨਾਲ ਅਸੀਂ ਆਪਣੇ ਪੇਪਰ ਚੈੱਕ ਕਰਨ ਵਾਲੇ ਦੇ ਅੱਗੇ ਜਾਂ ਆਪਣੇ ਅਧਿਆਪਕ ਦੇ ਅੱਗੇ ਆਪਣੀ ਲਿਖੀ ਹੋਈ ਚੀਜ਼ ਨੂੰ ਪੇਸ਼ ਕਰਕੇ ਵਧੀਆ ਨੰਬਰ ਪ੍ਰਾਪਤ ਕਰ ਸਕਦੇ ਹਾਂ। ਕਿਵੇਂ ਇੱਕ ਵਧੀਆ ਲੇਖ ਨੂੰ ਅਸੀਂ ਇੱਕ ਕੁਝ ਨਿਯਮ, ਕੁਝ ਗੱਲਾਂ ਦਾ ਧਿਆਨ ਰੱਖ ਕੇ ਬਹੁਤ ਵਧੀਆ ਬਣਾ ਸਕਦੇ ਹਾਂ, ਉਹਨਾਂ ਗੱਲਾਂ ਬਾਰੇ ਆਪਾਂ ਪਹਿਲਾਂ ਵਿਚਾਰ ਚਰਚਾ ਕਰਾਂਗੇ ਤਾਂ ਕਿ ਇੱਕ ਲੇਖ ਨੂੰ ਕਰਨ ਤੋਂ ਪਹਿਲਾਂ ਇੱਕ ਲੇਖ ਨਾਲ ਸੰਬੰਧਿਤ ਵਿਚਾਰ ਚਰਚਾ, ਵਧੀਆ ਗੱਲਾਂ ਤੁਹਾਡੇ ਦਿਮਾਗ ਵਿੱਚ ਆ ਜਾਣ ਤਾਂ ਕਿ ਉਹ ਲੇਖ ਨੂੰ ਵਧੀਆ ਤਰੀਕੇ ਨਾਲ ਤੁਸੀਂ ਲਿਖ ਪਾਓ ਔਰ ਵਧੀਆ ਤਰੀਕੇ ਨਾਲ ਉਸ ਦੇ ਵਿੱਚੋਂ ਨੰਬਰ ਤੁਸੀਂ ਪ੍ਰਾਪਤ ਕਰ ਪਾਓ। ਤਾਂ ਸਭ ਤੋਂ ਪਹਿਲਾਂ ਆਪਾਂ ਲੇਖ ਨੂੰ ਲਿਖਣ ਤੋਂ ਪਹਿਲਾਂ ਕੁਝ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਜਦੋਂ ਵੀ ਤੁਸੀਂ ਕੋਈ ਲੇਖ ਲਿਖਣਾ ਹੈ ਤਾਂ ਉਹਦੇ ਵਿੱਚ ਕੋਈ ਪੇਪਰ ਦੇ ਵਿੱਚ ਆਪਾਂ ਮੰਨ ਕੇ ਚੱਲੀਏ ਕਿ ਤੁਹਾਡੇ ਕੋਈ ਲੇਖ ਲਿਖਣ ਵਾਸਤੇ ਆ ਗਿਆ, ਇੱਕ ਪ੍ਰਸ਼ਨ ਆ ਗਿਆ ਕਿ ਤੁਸੀਂ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਲੇਖ ਲਿਖੋ। ਤਾਂ ਉਸ ਲੇਖ ਦੇ ਵਿੱਚ ਸਾਨੂੰ ਇੱਕ ਵਿਸ਼ੇ ਦਿੱਤੇ ਹੁੰਦੇ ਆ ਕੁਝ, ਹੈ ਨਾ। ਕੁਝ ਲੇਖ ਦੇ ਵਿਸ਼ੇ ਦਿੱਤੇ ਹੋਣਗੇ, 2 ਜਾਂ 3 ਵਿਸ਼ੇ ਤੁਹਾਨੂੰ ਦਿੱਤੇ ਹੁੰਦੇ ਆ। ਜਿੱਦਾਂ ਉਦਾਹਰਨ ਦੇ ਤੌਰ 'ਤੇ ਪ੍ਰਦੂਸ਼ਣ ਦੀ ਸਮੱਸਿਆ, ਸ਼੍ਰੀ ਗੁਰੂ ਨਾਨਕ ਦੇਵ ਜੀ, ਅੱਖੀਂ ਡਿੱਠਾ ਮੇਲਾ, ਦੀਵਾਲੀ, ਹੈ ਨਾ। 4 ਲੇਖ ਤੁਹਾਨੂੰ ਮੰਨ ਲਓ ਵਿਦਿਆਰਥੀਓ ਉਹ ਲਿਖਣ ਲਈ ਦੇ ਦਿੱਤੇ ਗਏ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਣਾ ਹੈ ਕਿ ਜਿਹੜੇ ਵਿਸ਼ੇ ਸਾਨੂੰ ਲਿਖਣ ਲਈ ਕਿਹਾ ਗਿਆ ਹੈ ਉਸ ਵਿਸ਼ੇ ਵਿੱਚੋਂ ਸਭ ਤੋਂ ਵਧੀਆ ਵਿਸ਼ਾ ਸਾਡਾ ਕਿਹੜਾ ਹੈ ਜਿਹਨੂੰ ਅਸੀਂ ਵਧੀਆ ਤਰੀਕੇ ਨਾਲ ਲਿਖ ਸਕਦੇ ਹਾਂ, ਜਿਹਦੇ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹਾਂ। ਤਾਂ ਸਭ ਤੋਂ ਜ਼ਰੂਰੀ ਤਾਂ ਗੱਲ ਹੈ ਕਿ ਅਸੀਂ ਵਿਸ਼ੇ ਦੀ ਚੋਣ ਕਿਵੇਂ ਕਰਨੀ ਹੈ। ਤਾਂ ਵਿਸ਼ੇ ਦੀ ਚੋਣ ਕਿਸੇ 'ਤੇ ਵੀ ਤੁਸੀਂ ਨਿਰਭਰ ਨਹੀਂ ਹੋ ਸਕਦੇ। ਵਿਸ਼ੇ ਦੀ ਚੋਣ ਤੁਸੀਂ ਖੁਦ ਕਰਨੀ ਹੈ। ਖੁਦ ਤੁਹਾਨੂੰ ਕਿਸ ਉਪ ਵਿਸ਼ੇ ਬਾਰੇ, ਕਿਸ ਲੇਖ ਬਾਰੇ ਜ਼ਿਆਦਾ ਜਾਣਕਾਰੀ ਹੈ, ਉਹੀ ਤੁਸੀਂ ਵਿਸ਼ਾ ਚੁਣਨਾ ਹੈ ਜਿਹਦੇ ਵਿੱਚ ਤੁਸੀਂ ਆਪਦੇ ਮਨ ਦੇ ਭਾਵ ਵਧੀਆ ਤਰੀਕੇ ਨਾਲ ਪ੍ਰਗਟ ਕਰ ਸਕੋ। ਉਹੀ ਵਿਸ਼ੇ ਦੀ ਚੋਣ ਆਪਾਂ ਸਭ ਤੋਂ ਪਹਿਲਾਂ ਕਰਨੀ ਹੈ, ਕਿਉਂਕਿ ਜਦੋਂ ਅਸੀਂ ਵਧੀਆ ਤਰੀਕੇ ਦੀ ਚੋਣ ਕਰਾਂਗੇ ਤਾਂ ਵਧੀਆ ਤਰੀਕੇ ਨਾਲ ਅਸੀਂ ਆਪਣੇ ਮਨ ਦੇ ਭਾਵ ਉਹਦੇ ਵਿੱਚ ਪੇਸ਼ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ। ਤਾਂ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਅੱਗੇ ਗੱਲ ਹੈ ਕਿ ਜਦੋਂ ਅਸੀਂ ਇੱਕ ਵਧੀਆ ਵਿਸ਼ੇ ਦੀ ਚੋਣ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਲੇਖ ਦੀ ਸ਼ੁਰੂਆਤ ਕਿਵੇਂ ਕਰਨੀ ਹੈ, ਉਸ ਲੇਖ ਦੇ ਵਿਚਕਾਰ ਮੱਧ ਵਿੱਚ ਅਸੀਂ ਕੀ ਲਿਖਣਾ ਹੈ ਔਰ ਉਹਦੇ ਅੰਤ ਉਸ ਲੇਖ ਦਾ ਕਿਵੇਂ ਕਰਨਾ ਹੈ। ਸਭ ਤੋਂ ਜ਼ਰੂਰੀ ਇਹ ਗੱਲ ਦਾ ਅਸੀਂ ਧਿਆਨ ਵਿਦਿਆਰਥੀਓ ਰੱਖਣਾ ਹੈ ਕਿ ਜਦੋਂ ਅਸੀਂ ਕਿਸੇ ਵੀ ਲੇਖ ਨੂੰ ਸ਼ੁਰੂ ਕਰਨਾ ਹੈ ਤਾਂ ਸ਼ੁਰੂਆਤ ਵਿੱਚ ਅਸੀਂ ਉਹਦੀ ਭੂਮਿਕਾ ਜ਼ਰੂਰ ਲਿਖਣੀ ਹੈ। ਠੀਕ ਹੈ ਜੀ। ਭੂਮਿਕਾ ਕਿੱਦਾਂ ਹੁੰਦੀ ਹੈ? ਜਿੱਦਾਂ ਉਦਾਹਰਨ ਦੇ ਤੌਰ 'ਤੇ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਲੇਖ ਦੀ ਗੱਲ ਕਰੀਏ ਤਾਂ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਲੇਖ ਲਿਖਣ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਗੱਲ ਜ਼ਰੂਰ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਕਿਹੋ ਜਿਹਾ ਮਾਹੌਲ ਚੱਲ ਰਿਹਾ ਸੀਗਾ, ਕਿਹੋ ਜਿਹਾ ਆਸੇ-ਪਾਸੇ ਲੋਕਾਂ ਦਾ ਵਿਹਾਰ ਸੀਗਾ, ਧਰਮ ਕਿਹੋ ਜਿਹਾ ਸੀਗਾ ਉਸ ਟਾਈਮ 'ਤੇ। ਇਸੇ ਤਰ੍ਹਾਂ ਅਸੀਂ ਦੀਵਾਲੀ ਦੇ ਲੇਖ ਦੀ ਗੱਲ ਕਰਦੇ ਹਾਂ ਤਾਂ ਜਦੋਂ ਅਸੀਂ ਦੀਵਾਲੀ ਦਾ ਲੇਖ ਲਿਖਦੇ ਹਾਂ ਤਾਂ ਉਹਦੇ ਵਿੱਚ ਵੀ ਅਸੀਂ ਭੂਮਿਕਾ ਦੇ ਸ਼ੁਰੂ ਵਿੱਚ ਕੀ ਲਿਖਦੇ ਹਾਂ ਕਿ ਦੀਵਾਲੀ ਇੱਕ ਭਾਰਤ ਦਾ ਮਹੱਤਵਪੂਰਨ ਤਿਉਹਾਰ ਹੈ ਜੋ ਹਿੰਦੂ ਅਤੇ ਸਿੱਖ ਰਲ ਮਿਲ ਕੇ ਮਨਾਉਂਦੇ ਹਨ ਔਰ ਇਹ ਇੱਕ ਬਹੁਤ ਵੱਡਾ ਤਿਉਹਾਰ ਭਾਰਤ ਦਾ ਮੰਨਿਆ ਜਾਂਦਾ। ਤਾਂ ਇਸ ਤਰ੍ਹਾਂ ਦੀ ਇੱਕ ਭੂਮਿਕਾ ਸ਼ੁਰੂਆਤ ਵਿੱਚ, ਆਰੰਭ ਦੇ ਵਿੱਚ ਅਸੀਂ ਲਿਖਣੀ ਹੁੰਦੀ ਹੈ ਜਿਸ ਨਾਲ ਸਾਡਾ ਲੇਖ ਜਿਹੜਾ, ਕਿਉਂਕਿ ਜੇ ਅਸੀਂ ਇੱਕ ਆਰੰਭ ਦੇ ਵਿੱਚ ਭੂਮਿਕਾ ਵਧੀਆ ਤਰੀਕੇ ਨਾਲ ਲਿਖਤੀ ਤਾਂ ਸਮਝ ਲਓ ਇੱਕ ਲੇਖ ਦੀ ਇੱਕ ਵਧੀਆ ਸ਼ੁਰੂਆਤ ਅਸੀਂ ਕਰ ਲਈ। ਤਾਂ ਇਸ ਤੋਂ ਅੱਗੇ ਜਦੋਂ ਆਪਾਂ ਮੱਧ ਦੀ ਗੱਲ ਕਰਦੇ ਹਾਂ, ਮੱਧ ਤੋਂ ਭਾਵ ਕੀ ਹੁੰਦਾ? ਸਭ ਤੋਂ ਵੱਡਾ ਹਿੱਸਾ ਸਾਡੇ ਲੇਖ ਦਾ ਮੱਧ ਹੀ ਹੁੰਦਾ। ਮੱਧ ਕੀ ਹੁੰਦਾ? ਉਹਦੇ ਵਿੱਚ ਤੁਸੀਂ ਆਪਣੇ ਮਨ ਦੇ ਭਾਵ ਨੂੰ ਪੂਰੇ ਖੋਲ੍ਹ ਕੇ ਪ੍ਰਗਟ ਕਰਨਾ ਹੁੰਦਾ। ਸਭ ਤੋਂ ਵੱਡਾ ਹਿੱਸਾ ਹੁੰਦਾ ਇਹ ਸ਼ੁਰੂਆਤ ਦਾ ਔਰ ਅੰਤ ਦੇ ਨਾਲੋਂ ਮੱਧ ਵਾਲਾ ਹਿੱਸਾ ਜਿਹੜਾ ਸਭ ਤੋਂ ਵੱਡਾ ਹਿੱਸਾ ਹੁੰਦਾ।
ਇਸ ਵਿੱਚ ਅਸੀਂ ਆਪਣੇ ਮਨ ਦੇ ਭਾਵ ਬੜੇ ਖੁੱਲ੍ਹ ਕੇ ਪ੍ਰਗਟ ਕਰਨੇ ਹੁੰਦੇ ਆ ਔਰ ਸਭ ਤੋਂ ਜ਼ਿਆਦਾ ਅਸੀਂ ਇਸ ਹਿੱਸੇ ਦੇ ਉੱਪਰ ਹੀ ਜ਼ੋਰ ਲਗਾਉਣਾ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਹੀ ਅਸੀਂ ਲੇਖ ਜਿੰਨਾ ਇਹਨਾਂ ਅਸੀਂ ਵੱਡਾ ਪਾ ਕੇ ਬਣਾ ਲਾਂਗੇ ਮੱਧ ਵਾਲਾ, ਉਨਾ ਹੀ ਸਾਡਾ ਲੇਖ ਜਿਹੜਾ ਉਹ ਵੱਡਾ ਬਣ ਜਾਏਗਾ। ਔਰ ਇਹਦੇ ਵਿੱਚ ਆਪਾਂ ਖਾਸ ਤੌਰ 'ਤੇ ਧਿਆਨ ਰੱਖਣਾ ਹੁੰਦਾ ਕਿ ਇਸ ਭਾਗ ਦੇ ਵਿੱਚ ਮੱਧ ਵਾਲੇ ਭਾਗ ਦੇ ਵਿੱਚ ਅਸੀਂ ਜਿਹੜੀਆਂ ਵੀ ਚੀਜ਼ਾਂ ਲਿਖਣੀਆਂ ਉਹ ਲੇਖ ਨਾਲ ਸੰਬੰਧਿਤ ਹੋਣ, ਉਸ ਲੇਖ ਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਰਹੀਆਂ ਹੋਣ। ਐਕਸਪਲੇਨ ਜਿੰਨਾ ਉਸ ਮੱਧ ਦੇ ਵਿੱਚ ਅਸੀਂ ਲੇਖ ਨੂੰ ਕਰਾਂਗੇ ਉਨਾ ਹੀ ਸਾਡਾ ਲੇਖ ਜਿਹੜਾ ਵਧੀਆ ਤਰੀਕੇ ਨਾਲ ਹੋ ਜਾਏਗਾ। ਇਹ ਤੋਂ ਅੱਗੇ ਗੱਲ ਕਰੀਏ ਅੰਤ ਦੀ। ਹੁਣ ਅੰਤ ਜਿਹੜਾ ਪਿਆਰੇ ਵਿਦਿਆਰਥੀਓ, ਕਿਸੇ ਵੀ ਲੇਖ ਦਾ ਅੰਤ ਕਰਨ ਤੋਂ ਪਹਿਲਾਂ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਉਸ ਲੇਖ ਦੇ ਵਿੱਚ ਲਿਖਿਆ ਕੀ ਹੈ। ਹੁਣ ਤੱਕ ਜੋ ਅਸੀਂ ਲਿਖਿਆ ਉਸ ਨੂੰ ਸਾਰੇ ਨੂੰ ਅਸੀਂ ਇਕੱਠਾ ਕਰਕੇ ਅੰਤ ਦੇ ਵਿੱਚ ਅਸੀਂ ਇੱਕ ਸਿੱਟਾ ਕੱਢਣਾ ਹੁੰਦਾ। ਸਿੱਟਾ ਕੱਢਣਾ ਕਿਸ ਤਰ੍ਹਾਂ ਹੁੰਦਾ, ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਗੱਲ ਕਰਦੇ ਹਾਂ ਬੇਰੁਜ਼ਗਾਰੀ ਦੀ ਸਮੱਸਿਆ, ਤਾਂ ਬੇਰੁਜ਼ਗਾਰੀ ਦੀ ਸਮੱਸਿਆ ਵਿੱਚ ਅਸੀਂ ਸਾਰੀਆਂ ਸਮੱਸਿਆਵਾਂ ਲਿਖ ਕੇ ਅਖੀਰ 'ਤੇ ਅਸੀਂ ਉਹਦਾ ਹੱਲ ਦੱਸਣਾ ਹੁੰਦਾ ਕਿ ਕਿਸ ਤਰੀਕੇ ਨਾਲ ਅਸੀਂ ਬੇਰੁਜ਼ਗਾਰੀ ਦੀ ਸਮੱਸਿਆ ਜਿਹੜੀ ਹੈ ਸਰਕਾਰਾਂ ਹੱਲ ਕਰ ਸਕਦੀਆਂ, ਆਪਦੇ ਪੱਧਰ 'ਤੇ ਅਸੀਂ ਉਸ ਸਮੱਸਿਆ ਦਾ ਹੱਲ ਕਰਨ ਲਈ ਕੀ ਯੋਗਦਾਨ ਪਾ ਸਕਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਆਪਣਾ ਕਿਸੇ ਵੀ ਲੇਖ ਦਾ ਸ਼ੁਰੂਆਤ, ਮੱਧ ਅਤੇ ਅੰਤ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਇੱਕ ਵਿਸ਼ੇਸ਼ ਤਰਤੀਬ। ਜਦੋਂ ਵੀ ਅਸੀਂ ਕੋਈ ਲੇਖ ਲਿਖਣਾ ਹੈ ਤਾਂ ਅਸੀਂ ਉਸ ਲੇਖ ਦੀ ਤਰਤੀਬ ਨੂੰ ਖਾਸ ਤੌਰ 'ਤੇ ਆਪਣੇ ਦਿਮਾਗ ਦੇ ਵਿੱਚ ਰੱਖਣਾ। ਜਿੱਦਾਂ ਕਿ ਅਸੀਂ ਆਪਾਂ ਜੀਵਨੀ ਲਿਖ ਰਹੇ ਹਾਂ, ਉਦਾਹਰਨ ਦੇ ਤੌਰ 'ਤੇ ਜਿੱਦਾਂ ਮੰਨ ਲਓ ਗੁਰੂ ਨਾਨਕ ਦੇਵ ਜੀ ਦੇ ਲੇਖ ਦੀ ਆਪਾਂ ਗੱਲ ਕਰੀਏ ਤਾਂ ਜਦੋਂ ਵੀ ਆਪਾਂ ਜੀਵਨੀ ਲਿਖਣੀ ਗੁਰੂ ਨਾਨਕ ਦੇਵ ਜੀ, ਤਾਂ ਉਹਨਾਂ ਦੇ ਆਪਾਂ ਜਨਮ ਤੋਂ ਸ਼ੁਰੂਆਤ ਕਰਨੀ ਹੈ। ਜਿਵੇਂ ਜਿਵੇਂ ਉਹਨਾਂ ਦੇ ਅੱਗੇ ਅੱਗੇ ਜੀਵਨ ਦਾ ਵਰਤਾਰਾ ਹੋਇਆ, ਜੀਵਨ ਆ ਗਿਆ, ਉਸ ਤੋਂ ਅੱਗੇ ਉਹਨਾਂ ਦੀ ਪੜ੍ਹਾਈ ਆ ਗਈ, ਉਸ ਤੋਂ ਅੱਗੇ ਉਹਨਾਂ ਦਾ ਵਿਆਹ ਆ ਗਿਆ, ਗ੍ਰਹਿਸਥ ਜੀਵਨ ਆ ਗਿਆ, ਉਸ ਤੋਂ ਅੱਗੇ ਉਹਨਾਂ ਦੀਆਂ ਉਦਾਸੀਆਂ ਆ ਗਈਆਂ, ਸੁਲਤਾਨਪੁਰ ਦਾ ਜਿਹੜਾ ਜੋ ਵੀ ਉੱਥੇ ਘਟਨਾਕ੍ਰਮ ਹੋਇਆ ਉਹ ਆਪਾਂ ਲਿਖ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਉਦਾਸੀਆਂ ਲਿਖ ਸਕਦੇ ਹਾਂ, ਉਸ ਤੋਂ ਬਾਅਦ ਉਹਨਾਂ ਦਾ ਆਖਰੀ ਜੀਵਨ ਲਿਖ ਸਕਦੇ ਹਾਂ। ਤਾਂ ਇਸ ਤਰ੍ਹਾਂ ਅਸੀਂ ਜਿਹੜਾ ਲੇਖ ਦੇ ਵਿੱਚ ਜਿਹੜੀ ਵਿਸ਼ੇਸ਼ ਤਰਤੀਬ ਲਿਖਣੀ ਹੁੰਦੀ ਹੈ। ਜਿੱਦਾਂ ਆਪਾਂ ਟੀਵੀ ਦੇ ਲਾਭ ਹਾਨੀਆਂ ਦੀ ਗੱਲ ਕਰ ਸਕਦੇ ਹਾਂ, ਤਾਂ ਟੀਵੀ ਦੇ ਲਾਭ ਹਾਨੀਆਂ ਵਿੱਚ ਅਸੀਂ ਸਭ ਤੋਂ ਪਹਿਲਾਂ ਭਾਗ ਦੇ ਵਿੱਚ ਆਪਾਂ ਟੀਵੀ ਦੀਆਂ ਲਾਭ ਲਿਖਾਂਗੇ ਇਕੱਲੇ, ਉਸ ਤੋਂ ਬਾਅਦ ਅਸੀਂ ਉਹਦੀਆਂ ਕੱਲੀਆਂ ਹਾਨੀਆਂ ਲਿਖਾਂਗੇ। ਇੱਦਾਂ ਨਹੀਂ ਹੋਏਗਾ ਵੀ ਵਿੱਚੇ ਲਾਭ ਅਤੇ ਵਿੱਚੇ ਅਸੀਂ ਉਹਦੀਆਂ ਹਾਨੀਆਂ ਲਿਖੀ ਜਾਵਾਂਗੇ, ਉਹ ਗਲਤ ਹੋ ਜਾਏਗਾ। ਸਭ ਤੋਂ ਪਹਿਲਾਂ ਅਸੀਂ ਟੀਵੀ ਦੀਆਂ ਲਾਭ ਲਿਖਾਂਗੇ, ਉਸ ਤੋਂ ਬਾਅਦ ਟੀਵੀ ਦੀਆਂ ਹਾਨੀਆਂ ਲਿਖਾਂਗੇ ਔਰ ਅਖੀਰ 'ਤੇ ਅਸੀਂ ਉਹਦਾ ਇੱਕ ਸਿੱਟਾ ਕੱਢਾਂਗੇ। ਤਾਂ ਵਿਦਿਆਰਥੀਓ, ਇਹ ਖਾਸ ਤੌਰ 'ਤੇ ਧਿਆਨ ਰੱਖਣਾ ਕਿ ਜਦੋਂ ਵੀ ਅਸੀਂ ਕੋਈ ਲੇਖ ਲਿਖ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਇੱਕ ਖਾਸ ਵਿਸ਼ੇਸ਼ ਤਰਤੀਬ ਦਾ ਵੀ ਧਿਆਨ ਰੱਖਾਂਗੇ। ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਲੇਖ ਦੀ ਬੋਲੀ। ਬੋਲੀ ਤੋਂ ਭਾਵ ਕੀ ਹੈ ਕਿ ਅਸੀਂ ਉਸ ਲੇਖ ਦੇ ਵਿੱਚ ਆਪਣੇ ਭਾਵ ਪ੍ਰਗਟ ਕਰ ਰਹੇ ਹਾਂ। ਦੇਖੋ, ਤੁਸੀਂ ਜਿੰਨਾ ਮਰਜ਼ੀ ਲੇਖ ਨੂੰ ਯਾਦ ਕਰ ਲਓ, ਜਦੋਂ ਵੀ ਤੁਸੀਂ ਲੇਖ ਲਿਖੋਗੇ ਤਾਂ ਤੁਸੀਂ ਉਹਦੇ ਵਿੱਚ ਆਪਣੀ ਹੀ ਬੋਲੀ ਤੁਹਾਡੀ ਉਹਦੇ ਵਿੱਚ ਆਏਗੀ ਕਿ ਤੁਹਾਡੇ ਮਨ ਦੇ ਵਿੱਚ ਇੱਕ ਦੀਵਾਲੀ ਪ੍ਰਤੀ ਕੀ ਵਿਚਾਰ ਹੈਗੇ ਆ, ਤੁਹਾਡੇ ਮਨ ਦੇ ਵਿੱਚ ਬੇਰੁਜ਼ਗਾਰੀ ਬਾਰੇ ਕੀ ਵਿਚਾਰ ਹੈਗੇ ਆ। ਤਾਂ ਉਹ ਵਿਚਾਰਾਂ ਨੂੰ ਹੀ ਅਸੀਂ ਉਸ ਲੇਖ ਦੇ ਵਿੱਚ ਪ੍ਰਗਟ ਕਰਨਾ ਹੁੰਦਾ। ਪਰ ਉਹਨਾਂ ਦੀ ਜਿਹੜੀ ਬੋਲੀ ਹੈ ਉਹ ਸਾਫ਼ ਸਪਸ਼ਟ ਹੋਣੀ ਚਾਹੀਦੀ ਹੈ, ਤਾਂ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਵਿਚਾਰ ਉਹਦੇ ਵਿੱਚ ਸਪਸ਼ਟ ਕੀਤੇ ਹੋਣ, ਤੁਹਾਨੂੰ ਕਲੀਅਰ ਹੋਵੇ ਕਿ ਤੁਸੀਂ ਉਹਦੇ ਵਿੱਚ ਆਪਣਾ ਵਿਚਾਰ ਕੀ ਪੇਸ਼ ਕੀਤਾ ਔਰ ਅਗਲੇ ਦੇ ਸਾਹਮਣੇ ਤੁਸੀਂ ਆਪਦੇ ਵਿਚਾਰ ਕਿਸ ਰੂਪ ਵਿੱਚ ਪੇਸ਼ ਕਰ ਰਹੇ ਹੋ। ਦੂਜੀ ਗੱਲ ਹੈ, ਜੇ ਇੱਕ ਅਧਿਆਪਕ ਤੁਹਾਡਾ ਉਹ ਲੇਖ ਪੜ੍ਹ ਰਿਹਾ ਤਾਂ ਕੀ ਉਹਨੂੰ ਤੁਹਾਡੇ ਲੇਖ ਦੇ ਵਿੱਚ ਜਿਹੜੇ ਤੁਸੀਂ ਵਿਚਾਰ ਪ੍ਰਗਟ ਕੀਤੇ ਹੈ, ਕੀ ਉਹਨੂੰ ਤੁਹਾਡੇ ਵਿਚਾਰ ਸਮਝ ਆ ਰਹੇ ਹੈ। ਤਾਂ ਇਸ ਗੱਲ ਦਾ ਖਾਸ ਤੌਰ 'ਤੇ ਆਪਾਂ ਸਾਰਿਆਂ ਨੇ ਧਿਆਨ ਰੱਖਣਾ ਕਿ ਉਸ ਲੇਖ ਦੀ ਬੋਲੀ ਜਿਹੜੀ ਉਹ ਸਾਫ਼ ਸਿੰਪਲ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਅਗਲੇ ਪੜ੍ਹਨ ਵਾਲੇ ਨੂੰ ਤੁਹਾਡੀ ਉਹ ਭਾਸ਼ਾ ਸਮਝ ਆ ਜਾਵੇ। ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਛੋਟੇ ਛੋਟੇ ਵਾਕ। ਦੇਖੋ ਵਿਦਿਆਰਥੀਓ, ਜਿਵੇਂ ਜਿਵੇਂ ਤੁਸੀਂ ਵੱਡੀਆਂ ਜਮਾਤਾਂ ਜਾਂਦੇ ਹੋ, ਤੁਹਾਨੂੰ ਜਿਹੜੀ ਪੰਜਾਬੀ ਹੈ ਉਹ ਲਿਖਣ ਵਿੱਚ ਤੁਹਾਡੀ ਜਿਹੜੀ ਸਮਰੱਥਾ ਉਹ ਵੱਧਦੀ ਜਾਂਦੀ ਹੈ, ਤੁਹਾਨੂੰ ਵਾਕ ਬਣਾਉਣ ਦੀ ਸਮਰੱਥਾ ਵੱਧਦੀ ਜਾਂਦੀ ਹੈ। ਤੁਹਾਡੀ ਵੋਕੈਬਲਰੀ ਜਿਹੜੀ ਹੁੰਦੀ ਹੈ ਪੰਜਾਬੀ ਦੇ ਵਿੱਚ, ਜਿਹੜੇ ਸ਼ਬਦਾਂ ਦਾ ਤੁਹਾਡਾ ਖਜ਼ਾਨਾ ਹੈਗਾ, ਉਹ ਜਿਵੇਂ ਜਿਵੇਂ ਤੁਸੀਂ ਵੱਡੀਆਂ ਜਮਾਤਾਂ ਵਿੱਚ ਜਾਂਦੇ ਹੋ ਉਹ ਖਜ਼ਾਨਾ ਤੁਹਾਡਾ ਵੱਡਾ ਹੁੰਦਾ ਜਾਂਦਾ। ਪਰ ਇੱਥੇ ਆਪਾਂ ਇੱਕ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਕਿ ਜਦੋਂ ਵੀ ਅਸੀਂ ਲੇਖ ਲਿਖਣਾ ਤਾਂ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਉਹਦੇ ਵਿੱਚ ਜਿਹੜੇ ਅਸੀਂ ਵਾਕ ਲਿਖ ਰਹੇ ਹਾਂ, ਵਾਕ ਕੋਈ ਜ਼ਿਆਦਾ ਲੰਬੇ ਨਾ ਹੋਣ, ਵਾਕ ਨੂੰ ਛੋਟਾ ਲਿਖਿਆ ਜਾਵੇ ਔਰ ਸਪਸ਼ਟ ਲਿਖਿਆ ਜਾਵੇ, ਜਿਹਦੇ ਵਿੱਚ ਗੱਲ ਨੂੰ ਛੋਟੇ ਸ਼ਬਦਾਂ ਦੇ ਵਿੱਚ ਅਸੀਂ ਜ਼ਿਆਦਾ ਗੱਲ ਜਿਹੜੀ ਹੈ ਉਹ ਕਲੀਅਰ ਕਰ ਸਕੀਏ। ਠੀਕ ਹੈ ਜੀ। ਤਾਂ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਪੈਰੇ ਅਤੇ ਸਿਰਲੇਖ। ਦੇਖੋ, ਕੋਈ ਵੀ ਚੀਜ਼ ਜਦੋਂ ਅਸੀਂ ਲੇਖ ਲਿਖ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਛੋਟੇ ਛੋਟੇ ਪੈਰੇ ਬਣਾਉਣੇ ਆ। ਛੋਟੇ ਛੋਟੇ ਪੈਰਿਆਂ ਦੇ ਨਾਲ ਜੇ ਅਸੀਂ ਉਸ ਤੋਂ ਵੀ ਵਧੀਆ ਇਸ ਚੀਜ਼ ਨੂੰ ਬਣਾਉਣਾ ਚਾਹੁੰਦੇ ਹਾਂ ਤਾਂ ਆਪਾਂ ਇੱਕ ਪੈਰੇ ਦੇ ਸਿਰਲੇਖ ਦੇ ਸਕਦੇ ਹਾਂ। ਉਹ ਸਿਰਲੇਖ ਕਿਵੇਂ ਹੁੰਦੇ ਆ ਕਿ ਜਦੋਂ ਅਸੀਂ ਕੋਈ ਹੈਡਿੰਗ ਦਿੰਦੇ ਹਾਂ ਤਾਂ ਉਹਦੇ ਨਾਲ ਸੰਬੰਧਿਤ ਅਸੀਂ 3-4 ਲਾਈਨਾਂ ਦੇ ਵਿੱਚ ਆਪਦਾ ਵਿਚਾਰ ਜਿਹੜਾ ਉਹ ਪ੍ਰਗਟ ਕਰਦੇ ਹਾਂ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਕ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਇੱਕ ਸਿਰਲੇਖ ਤੁਹਾਨੂੰ ਦਿੱਤਾ, ਜਿਵੇਂ ਕਿ ਸਿੱਖ ਧਰਮ ਦੇ
ਮੋਢੀ। ਹੁਣ ਇਹ ਸਿੱਖ ਧਰਮ ਦੇ ਮੋਢੀ ਅਸੀਂ ਇੱਕ ਸਿਰਲੇਖ ਦਿੱਤਾ, ਇਹਨੂੰ ਤੁਸੀਂ ਕਿਸ ਤਰ੍ਹਾਂ ਲਿਖਣਾ ਹੈ ਇਹ ਤੁਹਾਡੇ ਸਾਹਮਣੇ ਦੇਖੋ ਅਸੀਂ ਪੇਸ਼ ਕੀਤਾ ਹੈ। ਸਿਰਲੇਖ ਨੂੰ ਵੱਡਾ ਕਰਕੇ ਅਸੀਂ ਲਿਖਾਂਗੇ, ਵੱਡਾ ਕਰਕੇ ਪੂਰੀ ਲਾਈਨ ਦੇ ਵਿੱਚ ਲਿਖ ਕੇ ਉਹਦੇ ਥੱਲੇ ਉਹਨੂੰ ਅੰਡਰਲਾਈਨ ਕਰ ਦਈਏ, ਉਦੋਂ ਅੱਗੇ ਦੁਬਿੰਦੀ ਡੈਸ਼ ਲਾ ਕੇ ਅਸੀਂ ਉਹਦੇ ਅੱਗੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਜੋ ਵੀ ਅਸੀਂ ਸਿੱਖ ਧਰਮ ਦੇ ਮੋਢੀ ਹੋਣ ਬਾਰੇ ਅਸੀਂ ਜਿਹੜੀ ਵਿਚਾਰ ਚਰਚਾ ਕਰਨੀ ਹੈ ਉਹ ਲਿਖ ਸਕਦੇ। ਜਿੱਦਾਂ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਆਪ ਦਾ ਪੰਜਾਬ ਦੇ ਇਤਿਹਾਸਿਕ, ਧਾਰਮਿਕ, ਸਮਾਜਿਕ ਖੇਤਰ ਵਿੱਚ ਉੱਘਾ ਸਥਾਨ ਹੈ। ਆਪ ਦਾ ਧਰਮ ਸਰਬ ਸਾਂਝਾ ਸੀ, ਜਿਸ ਕਰਕੇ ਆਪ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਅਖਵਾਏ। ਤਾਂ ਇਸ ਤਰ੍ਹਾਂ ਅਸੀਂ ਹੈਡਿੰਗ ਦੇਣ ਤੋਂ ਬਾਅਦ ਜਿਹੜੀ ਲਾਈਨ ਅਸੀਂ ਲਿਖਣੀ ਹੈ ਉਹਨੂੰ ਅਸੀਂ ਛੋਟਾ ਕਰਕੇ ਲਿਖ ਸਕਦੇ ਹਾਂ ਔਰ ਹੈਡਿੰਗ ਨੂੰ ਅਸੀਂ ਵੱਡਾ ਕਰਕੇ ਲਿਖ ਸਕਦੇ ਹਾਂ। ਇਹਦੇ ਨਾਲ ਇੱਕ ਬੜਾ ਵਧੀਆ ਪ੍ਰਭਾਵ ਜਿਹੜਾ ਉਹ ਲੇਖ ਦਾ ਬਣ ਜਾਂਦਾ ਔਰ ਹੈਡਿੰਗ ਲਿਖਣ ਨਾਲ ਸਾਡੇ ਜਿਹੜੇ ਆ ਉਹ ਅੱਗੇ ਜਿਹੜੇ ਆ ਇਹ ਲੇਖ ਵੀ ਸਾਡਾ ਵੱਡਾ ਹੁੰਦਾ ਨੇ, ਕਿਉਂਕਿ ਹੈਡਿੰਗ ਲਿਖਣ ਨਾਲ ਅਸੀਂ ਇੱਕ ਲਾਈਨ ਉੱਥੇ ਖਾਲੀ ਵੀ ਛੱਡ ਸਕਦੇ ਹਾਂ, ਜਿਹਦੇ ਨਾਲ ਸਾਡਾ ਲੇਖ ਹੋਰ ਵੱਡਾ ਹੋ ਸਕਦਾ। ਔਰ ਨਾਲ ਦੀ ਨਾਲ ਅਸੀਂ ਇਹ ਵੀ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਸਿਰਲੇਖ ਅਸੀਂ ਉੱਥੇ ਲਿਖਿਆ ਉਸ ਸਿਰਲੇਖ ਦੇ ਵਿੱਚ, ਉਸ 4-5 ਲਾਈਨਾਂ ਦੇ ਵਿੱਚ ਅਸੀਂ ਉਸ ਸਿਰਲੇਖ ਨਾਲ ਸੰਬੰਧਿਤ ਹੀ ਲਾਈਨਾਂ ਲਿਖਣੀਆਂ, ਹੋਰ ਉਹਦੇ ਨਾਲ ਸੰਬੰਧਿਤ ਅਸੀਂ ਲਾਈਨਾਂ ਨਹੀਂ ਲਿਖਣਗੀਆਂ। ਇਹਦੇ ਨਾਲ ਸਾਡਾ ਜਿਹੜਾ ਲੇਖ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਬਣ ਜਾਏਗਾ। ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਕਿ ਸੁੰਦਰ ਲਿਖਾਈ, ਤਾਂ ਖਾਸ ਤੌਰ 'ਤੇ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਹੈ ਉਹ ਹੈ ਸੁੰਦਰ ਲਿਖਾਈ। ਵਿਦਿਆਰਥੀਓ ਦੇਖੋ, ਜਦੋਂ ਵੀ ਅਸੀਂ ਕੋਈ ਲੇਖ ਲਿਖ ਰਹੇ ਹਾਂ, ਜੇ ਉਹਦੇ ਵਿੱਚ ਅਸੀਂ ਆਪਣੀ ਲਿਖਾਈ ਸੁੰਦਰ ਲਿਖ ਰਹੇ ਹਾਂ ਤਾਂ ਅੱਗੇ ਲੇਖ ਪੜ੍ਹਨ ਵਾਲੇ ਨੂੰ, ਜਿਹੜਾ ਅਧਿਆਪਕ ਸਾਡਾ ਲੇਖ ਪੜ੍ਹ ਰਿਹਾ, ਉਹਨੂੰ ਸਾਡੀ ਗੱਲ ਲਿਖੀ ਬੜੀ ਵਧੀਆ ਤਰੀਕੇ ਨਾਲ ਸਮਝ ਆ ਜਾਏਗੀ। ਸਾਡੀ ਲਿਖਾਈ ਜੇ ਸਾਫ਼ ਹੋਏਗੀ, ਸੁੰਦਰ ਹੋਏਗੀ, ਬਣਾਵਟ ਅੱਖਰਾਂ ਦੀ ਇੱਕੋ ਜਿਹੀ ਅਸੀਂ ਰੱਖਣੀ ਹੈ। ਉਸ ਤੋਂ ਬਾਅਦ ਉਹਨਾਂ ਦੇ ਵਿਚਾਲੇ ਜਿਹੜਾ ਅਸੀਂ ਗੈਪ ਦੇਣਾ ਹੈ ਸ਼ਬਦਾਂ ਦੇ ਵਿਚਾਲੇ ਉਹ ਇੱਕੋ ਜਿਹਾ ਹੋਣਾ ਚਾਹੀਦਾ ਹੈ। ਲਗਾ ਮਾਤਰਾ ਦੇ ਅਸੀਂ ਪਛਾਣ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਰੱਖਣੀ ਹੈ। ਸਿਹਾਰੀ ਬਿਹਾਰੀ ਦੀ ਵਰਤੋਂ ਸਹੀ ਤਰੀਕੇ ਨਾਲ ਕਰਨੀ, ਲਾਵਾਂ ਦਲਾਵਾਂ, ਪੈਰਾਂ 'ਚ ਬਿੰਦੀਆਂ, ਹਰ ਇੱਕ ਚੀਜ਼ ਜਿਹੜੀ ਹੈ ਉਹ ਅਸੀਂ ਬੜੇ ਧਿਆਨ ਨਾਲ ਜਿਹੜੀ ਵਰਤ ਕੇ ਉਹਨਾਂ ਵਿੱਚ ਲਗਾ ਮਾਤਰਾ ਦੀ ਵਰਤੋਂ ਕਰਕੇ ਸੁੰਦਰ ਲਿਖਾਈ ਜਿਹੜੀ ਉਹ ਬਣਾਉਣੀ ਹੈ, ਤਾਂ ਕਿ ਅੱਖਰਾਂ ਦੀ ਬਣਾਵਟ ਨਾਲ ਹੀ ਸਾਡਾ ਲੇਖ ਜਿਹੜਾ ਉਹ ਪ੍ਰਭਾਵਸ਼ਾਲੀ ਬਣ ਜੇ। ਔਰ ਕੁਦਰਤੀ ਤੌਰ 'ਤੇ ਜਦੋਂ ਅਸੀਂ ਕਿਸੇ ਲੇਖ ਦੇ ਵਿੱਚ ਸੁੰਦਰ ਲਿਖਾਈ ਲਿਖਦੇ ਹਾਂ ਤਾਂ ਕੁਦਰਤੀ ਤੌਰ 'ਤੇ ਉਹਦੇ ਵਿੱਚ ਨੰਬਰ ਵੱਧ ਆਉਂਦੇ ਆ। ਔਰ ਵੈਸੇ ਵੀ ਤੁਹਾਡੀ ਜਾਣਕਾਰੀ ਲਈ ਵਿਦਿਆਰਥੀਓ ਦੱਸਦਾ ਮੈਂ, ਹੁਣ ਜਿਹੜਾ ਪੇਪਰ ਸਟਾਈਲ ਆ ਚੁੱਕਿਆ ਉਹਦੇ ਵਿੱਚ ਤਕਰੀਬਨ ਹਰ ਕਲਾਸ ਦੇ ਵਿੱਚ ਪੰਜਾਬੀ ਦੇ ਪੇਪਰ ਦੇ ਵਿੱਚ ਬੋਰਡ ਵੱਲੋਂ 5 ਨੰਬਰ ਐਕਸਟਰਾ ਸਿਰਫ ਤੁਹਾਡੇ ਸੁੰਦਰ ਲਿਖਾਈ ਦੇ ਹੀ ਦਿੱਤੇ ਗਏ ਆ, ਤਾਂ ਕਿ ਵਿਦਿਆਰਥੀਆਂ ਦਾ ਰੁਝਾਨ ਸੁੰਦਰ ਲਿਖਾਈ ਵੱਲ ਵਧੇ। ਔਰ ਉਸੇ ਤਰ੍ਹਾਂ ਜਦੋਂ ਤੁਸੀਂ ਸੁੰਦਰ ਲਿਖਾਈ ਲਿਖਦੇ ਹੋ ਤਾਂ ਕੁਦਰਤੀ ਤੌਰ 'ਤੇ ਤੁਹਾਡੇ ਪੇਪਰ ਦੇ ਵਿੱਚੋਂ ਨੰਬਰ ਜ਼ਿਆਦਾ ਤੁਹਾਡੇ ਆ ਜਾਂਦੇ ਆ। ਤਾਂ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਉਹ ਹੈ ਹਵਾਲੇ ਅਤੇ ਤੁਕਾਂ ਦੀ ਵਰਤੋਂ। ਹੁਣ ਹਵਾਲੇ ਅਤੇ ਤੁਕਾਂ ਕੀ ਹੁੰਦੀਆਂ? ਦੇਖੋ, ਜਦੋਂ ਵੀ ਅਸੀਂ ਕੋਈ ਲੇਖ ਲਿਖਦੇ ਹਾਂ, ਜਿੱਦਾਂ ਮੰਨ ਲਓ ਉਦਾਹਰਨ ਦੇ ਤੌਰ ਤੁਸੀਂ ਸ਼ਹੀਦ ਭਗਤ ਸਿੰਘ ਜੀ ਦਾ ਲੇਖ ਲਿਖ ਰਹੇ ਹੋ, ਤਾਂ ਉਸ ਭਗਤ ਸਿੰਘ ਜੀ ਦੇ ਲੇਖ ਦੇ ਵਿੱਚ ਜੇ ਤੁਸੀਂ ਇੱਕ ਲਾਈਨ ਲਿਖ ਦਿੰਦੇ ਹੋ, ਜਿੱਦਾਂ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ, ਤਾਂ ਇਦਾਂ ਦੀ ਜਿਹੜੀ ਤੁਕ ਜੇ ਤੁਸੀਂ ਲੇਖ ਦੇ ਵਿੱਚ ਲਿਖਦੇ ਹੋ ਤਾਂ ਉਹ ਬੜੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਲੇਖ ਲਿਖ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ ਤੇ ਗੁਰਬਾਣੀ ਦੀ ਤੁਕ ਦੀ ਵਰਤੋਂ ਕਰ ਸਕਦੇ ਹੋ, ਜਿੱਦਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਤਾਂ ਇਸ ਤਰ੍ਹਾਂ ਦੀ ਤੁਸੀਂ ਤੁਕਾਂ ਜਦੋਂ ਵਰਤਦੇ ਹੋ ਤਾਂ ਉਹਦਾ ਬੜਾ ਜ਼ਿਆਦਾ ਪ੍ਰਭਾਵ ਜਿਹੜਾ ਉਹ ਤੁਹਾਡੇ ਲੇਖ ਦੇ ਵਿੱਚ ਬਣਦਾ ਹੈ। ਪੇਪਰ ਚੈੱਕ ਕਰਨ ਵਾਲੇ ਨੂੰ ਉਹ ਬੜਾ ਪ੍ਰਭਾਵ ਪਾਉਂਦਾ ਉਹਦੇ ਉੱਪਰ। ਤਾਂ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਕੋਈ ਲੇਖ ਲਿਖਣਾ ਉਸ ਲੇਖ ਨਾਲ ਸੰਬੰਧਿਤ ਕੋਈ ਤੁਕਾਂ ਜਿਹੜੀਆਂ ਉਹ ਤੁਹਾਨੂੰ ਜ਼ਰੂਰ ਆਉਂਦੀਆਂ ਹੁਣ। ਜਿੰਨੀਆਂ ਤੁਸੀਂ ਤੁਕਾਂ 1-2 ਪੇਪਰ ਦੇ ਵਿੱਚ ਲਿਖ ਸਕਦੇ ਹੋ ਲਿਖੋ, ਉਹਦੇ ਨਾਲ ਤੁਹਾਡਾ ਲੇਖ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਬਣ ਜਾਏਗਾ। ਠੀਕ ਹੈ ਵਿਦਿਆਰਥੀਓ, ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸ਼ਬਦ ਜੋੜ ਅਤੇ ਵਿਸ਼ਰਾਮ ਚਿੰਨ੍ਹ। ਜਿੱਦਾਂ ਕਿ ਆਪਾਂ ਸੁੰਦਰ ਲਿਖਾਈ ਦੇ ਵਿੱਚ ਇਸ ਦੇ ਬਾਰੇ ਗੱਲ ਕਰ ਵੀ ਚੁੱਕੇ ਹਾਂ ਕਿ ਸਾਡੇ ਜਿਹੜੇ ਸ਼ਬਦ ਜੋੜ ਏ ਉਹਨਾਂ ਦੀ ਬਿਲਕੁਲ ਸਹੀ ਸਾਡੀ ਜਿਹੜੇ ਸ਼ਬਦਾਂ ਦੀ ਬਣਾਵਟ ਹੋਣੀ ਚਾਹੀਦੀ ਔਰ ਸ਼ਬਦ ਜੋੜ ਸਾਡੇ ਸਹੀ ਹੋਣੇ ਚਾਹੀਦੇ ਆ। ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਸ਼ਬਦਾਂ ਦੀ ਹੀ ਅਸੀਂ ਵਰਤੋਂ ਕਰ ਲਈਏ ਜਿਨ੍ਹਾਂ ਦੇ ਸਪੈਲਿੰਗ ਸਾਨੂੰ ਬੜੇ ਵਧੀਆ ਤਰੀਕੇ ਨਾਲ ਆਉਂਦੇ ਹੋਣ। ਔਰ ਸਭ ਤੋਂ ਜ਼ਰੂਰੀ ਉਹ ਹੈ ਵਿਸ਼ਰਾਮ ਚਿੰਨ੍ਹ। ਵਿਦਿਆਰਥੀਓ, ਵਿਸ਼ਰਾਮ ਚਿੰਨ੍ਹਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੈ। ਵਿਸ਼ਰਾਮ ਚਿੰਨ੍ਹ ਜਿੱਦਾਂ ਬਿੰਦੀ, ਟਿੱਪੀ, ਉਸ ਤੋਂ ਬਾਅਦ ਤੁਸੀਂ ਡੰਡੀ ਦੀ ਵਰਤੋਂ ਕਿੱਦਾਂ ਕਰਨੀ ਹੈ, ਉਸ ਤੋਂ ਬਾਅਦ ਕੌਮਿਆਂ ਦੀ ਵਰਤੋਂ ਕਿੱਦਾਂ ਕਰਨੀ ਹੈ, ਉਸ ਤੋਂ ਬਾਅਦ ਜੋੜਨੀ ਦੀ ਵਰਤੋਂ ਤੁਸੀਂ ਕਿੱਦਾਂ ਕਰਨੀ ਹੈ। ਜਿੱਦਾਂ ਲਗਾ ਮਾਤਰਾ ਵਿੱਚ ਬਿੰਦੀ ਟਿੱਪੀ ਦੀ ਅਸੀਂ ਵਰਤੋਂ ਕਰਦੇ ਹਾਂ, ਉਸੇ ਤਰ੍ਹਾਂ ਵਿਸ਼ਰਾਮ ਚਿੰਨ੍ਹਾਂ ਵਿੱਚ ਅਸੀਂ ਡੰਡੀ, ਜਦੋਂ ਵਾਕ ਸਾਡਾ ਖਤਮ ਹੁੰਦਾ ਪੂਰਨ ਵਿਸ਼ਰਾਮ ਅਸੀਂ ਲਾਉਣੇ ਆ ਤਾਂ ਉੱਥੇ ਅਸੀਂ ਡੰਡੀ ਦੀ ਵਰਤੋਂ ਕਰਦੇ ਹਾਂ। ਜਿੱਥੇ ਅਰਧ ਵਿਰਾਮ ਹੁੰਦਾ ਉੱਥੇ ਅਸੀਂ ਕੌਮੇ ਦੀ ਵਰਤੋਂ ਕਰਦੇ ਹਾਂ। ਫਿਰ ਇਸੇ ਤਰ੍ਹਾਂ ਅਸੀਂ ਜੋੜਨੀ ਦੀ ਵਰਤੋਂ ਵੀ ਕਰਦੇ ਹਾਂ। ਇਸ ਤਰ੍ਹਾਂ ਪੁੱਠੇ ਕੌਮਿਆਂ ਦੀ ਵਰਤੋਂ ਕਰਦੇ ਜਿੱਥੇ ਅਸੀਂ ਸਿੱਧੀ ਗੱਲ ਲਿਖਣੀ ਹੁੰਦੀ ਹੈ। ਇਸੇ ਤਰ੍ਹਾਂ ਕਈ ਵਾਰੀ ਪ੍ਰਸ਼ਨਵਾਚਕ ਚਿੰਨ੍ਹ ਅਸੀਂ ਵਰਤਦੇ ਹਾਂ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਖਾਸ ਤੌਰ 'ਤੇ ਇਹਨਾਂ ਵਿੱਚ ਧਿਆਨ ਰੱਖਣਾ ਹੈ ਕਿ ਸਾਡੀ ਜਿਹੜੀ ਲਾਈਨ ਅਸੀਂ ਇਹ ਬਣਾ ਰਹੇ ਹਾਂ ਇਹਦੇ ਵਿੱਚ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੋਣੀ ਹੈ ਔਰ ਉੱਥੇ ਉਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਅਸੀਂ ਜ਼ਰੂਰ ਕਰਨੀ ਹੈ। ਜਦੋਂ ਅਸੀਂ ਵਿਸ਼ਰਾਮ ਚਿੰਨ੍ਹ ਦੀ ਸਹੀ ਤਰੀਕੇ ਨਾਲ ਉੱਥੇ ਵਰਤੋਂ ਕਰਾਂਗੇ ਤਾਂ ਸਾਡਾ ਲੇਖ ਜਿਹੜਾ ਉਹ ਬੜਾ ਇੱਕ ਪ੍ਰਭਾਵਸ਼ਾਲੀ ਲੇਖ ਜਿਹੜਾ ਉਹ ਬਣ ਜਾਏਗਾ।
ਤਾਂ ਪਿਆਰੇ ਵਿਦਿਆਰਥੀਓ, ਇਹ ਉਹ ਗੱਲਾਂ ਜਿਹੜੀਆਂ ਹੁਣ ਤੱਕ ਆਪਾਂ ਸਾਂਝੀਆਂ ਕੀਤੀਆਂ, ਇਹਨਾਂ ਸਾਰੀਆਂ ਗੱਲਾਂ ਦੀ ਜੇ ਆਪਾਂ ਇਸ ਲੇਖ ਦੇ ਵਿੱਚ ਵਰਤੋਂ ਕਰਦੇ ਹਾਂ ਤਾਂ ਕੁਦਰਤੀ ਤੌਰ 'ਤੇ ਜਿਹੜਾ ਲੇਖ ਤੁਸੀਂ ਲਿਖੋਗੇ ਉਹਦੇ ਵਿੱਚ ਤੁਹਾਨੂੰ ਆਟੋਮੈਟਿਕ ਜਿਹੜਾ ਵੀ ਤੁਹਾਡਾ ਪੇਪਰ ਦਾ ਲੇਖ ਚੈੱਕ ਕਰ ਰਿਹਾ, ਚਾਹੇ ਉਹ ਤੁਹਾਡਾ ਅਧਿਆਪਕ ਹੈ ਚਾਹੇ ਉਹ ਪੇਪਰ ਚੈੱਕ ਕਰੇ, ਉਹ ਤੁਹਾਨੂੰ ਕੁਦਰਤੀ ਤੌਰ 'ਤੇ ਤੁਹਾਡੇ ਲਿਖੇ ਲੇਖ ਦੇ ਨੰਬਰ ਵੱਧ ਦੇਵੇਗਾ। ਕਿਉਂਕਿ ਜਦੋਂ ਵੀ ਅਸੀਂ ਕੋਈ ਚੀਜ਼ ਲਿਖਦੇ ਹਾਂ, ਸਾਫ਼ ਸਪਸ਼ਟ ਰੂਪ ਵਿੱਚ ਲਿਖਦੇ ਹਾਂ, ਸਾਡੇ ਮਨ ਦੇ ਭਾਵ ਸਾਡੇ ਅਧਿਆਪਕ ਤੱਕ ਵਧੀਆ ਤਰੀਕੇ ਨਾਲ ਪਹੁੰਚਦੇ ਆ ਤਾਂ ਕੁਦਰਤੀ ਤੌਰ 'ਤੇ ਉਹਦੇ ਨੰਬਰ ਸਾਨੂੰ ਵੱਧ ਮਿਲਦੇ ਆ। ਤਾਂ ਮੈਂ ਉਮੀਦ ਕਰਾਂਗਾ ਕਿ ਸਾਰੇ ਵਿਦਿਆਰਥੀ ਲੇਖ ਲਿਖਣ ਤੋਂ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਗੇ। ਇਹਨਾਂ ਨਾਲ ਹੀ ਸਾਡੇ ਲੇਖ ਜਿਹੜਾ ਉਹ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਬਣ ਜਾਏਗਾ। ਤਾਂ ਹੁਣ ਆਪਾਂ ਵਿਦਿਆਰਥੀਓ ਗੱਲ ਕਰਦੇ ਹਾਂ ਅੱਜ ਦੇ ਆਪਣੇ ਜਿਹੜੇ ਲੇਖ ਦੀ, ਜਿਸ ਦਾ ਨਾਮ ਹੈ ਵਿਦਿਆਰਥੀ ਅਤੇ ਅਨੁਸ਼ਾਸਨ। ਤਾਂ ਮੈਂ ਉਮੀਦ ਕਰਾਂਗਾ ਕਿ ਸਾਰੇ ਵਿਦਿਆਰਥੀਆਂ ਕੋਲ ਕਾਪੀਆਂ ਜ਼ਰੂਰ ਮੌਜੂਦ ਹੋਣਗੀਆਂ। ਸਾਰੇ ਵਿਦਿਆਰਥੀ ਕਾਪੀਆਂ ਆਪਣੇ ਕੋਲ ਲੈ ਲੈਣ ਔਰ ਖਾਸ ਤੌਰ 'ਤੇ ਜਿਹੜਾ ਮੈਂ ਇਹਦੇ ਵਿੱਚ ਸਿਰਲੇਖ ਲਿਖਾਂਗਾ ਉਹ ਲਿਖੀ ਜਾਣ। ਔਰ ਨਾਲ ਜੇ ਇੱਕ ਦੋ ਲਾਈਨਾਂ ਤੁਸੀਂ ਖਾਸ ਜਿਹੜੀਆਂ ਤੁਹਾਨੂੰ ਇਸ ਲੈਕਚਰ ਦੇ ਦੌਰਾਨ ਸੁਣਦਿਆਂ ਯਾਦ ਰਹਿ ਸਕਦੀਆਂ, ਉਹਨਾਂ ਨੂੰ ਵੀ ਨਾਲ ਲਿਖੀ ਜਾਓ। ਉਸ ਤੋਂ ਬਾਅਦ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਇਸ ਲੇਖ ਨੂੰ ਵੱਡਾ ਕਰਕੇ ਵੀ ਲਿਖ ਲੈਣਾ। ਪਹਿਲਾਂ ਸਿਰਲੇਖ ਨੋਟ ਕਰੀ ਜਾਓ, ਉਸ ਦੇ ਨਾਲ ਕੋਈ ਇੱਕ ਦੋ ਲਾਈਨਾਂ ਜਿੰਨੀਆਂ ਨੋਟ ਕਰ ਸਕਦੇ ਲਿਖੋ ਔਰ ਵਧੀਆ ਤਰੀਕੇ ਨਾਲ ਤੁਹਾਡਾ ਲੇਖ ਜਿਹੜਾ ਉਹ ਬਣ ਜਾਏਗਾ। ਤਾਂ ਹੁਣ ਆਪਾਂ ਵਿਦਿਆਰਥੀਓ ਸ਼ੁਰੂਆਤ ਕਰਦੇ ਹਾਂ ਅੱਜ ਦਾ ਲੇਖ ਵਿਦਿਆਰਥੀ ਅਤੇ ਅਨੁਸ਼ਾਸਨ। ਤਾਂ ਵਿਦਿਆਰਥੀ ਅਤੇ ਅਨੁਸ਼ਾਸਨ ਲੇਖ ਦੇ ਵਿੱਚ ਜੇ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਪਹਿਲਾ ਸਿਰਲੇਖ ਸਾਡਾ ਬਣਦਾ ਕਿ ਅਨੁਸ਼ਾਸਨ ਕੀ ਹੈ। ਤਾਂ ਅਨੁਸ਼ਾਸਨ ਦੀ ਜੇ ਆਪਾਂ ਇੱਕ ਗੱਲ ਕਰੀਏ ਆਮ ਸ਼ਬਦਾਂ ਦੇ ਵਿੱਚ, ਤਾਂ ਅਨੁਸ਼ਾਸਨ ਤੋਂ ਭਾਵ ਹੁੰਦਾ ਕਿ ਇੱਕ ਬੰਦਸ਼ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਜਿਉਣਾ। ਅਸੀਂ ਆਪਣਾ ਇੱਕ ਆਚਰਣ ਇਹੋ ਜਿਹਾ ਚਰਿੱਤਰ ਪੈਦਾ ਕਰਨਾ ਕਿ ਜਿਹਦੇ ਵਿੱਚ ਅਸੀਂ ਇਸ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਅਨੁਸ਼ਾਸਨ ਦੇ ਵਿੱਚ ਰਹਿਣਾ। ਦੇਖੋ ਵਿਦਿਆਰਥੀਓ, ਹਰ ਇੱਕ ਇਸ ਦੁਨੀਆ ਦੇ ਵਿੱਚ ਜੇ ਆਸੇ ਪਾਸੇ ਅਸੀਂ ਝਾਤ ਮਾਰੀਏ ਤਾਂ ਹਰ ਇੱਕ ਚੀਜ਼ ਅਨੁਸ਼ਾਸਨ ਦੇ ਵਿੱਚ ਬੱਝੀ ਹੋਈ ਹੈ। ਪੂਰੀ ਸ੍ਰਿਸ਼ਟੀ, ਬ੍ਰਹਿਮੰਡ, ਸੂਰਜ, ਤਾਰੇ, ਚੰਦਰਮਾ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਰਿਹਾ। ਇਸੇ ਤਰ੍ਹਾਂ ਮਨੁੱਖ ਦਾ ਸਰੀਰ ਹੈ, ਉਹਦੇ ਵਿੱਚ ਹਰ ਇੱਕ ਚੀਜ਼ ਅਨੁਸ਼ਾਸਨ ਦੇ ਵਿੱਚ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਜੇ ਅਸੀਂ ਸਮਾਜ ਦੇ ਵਿੱਚ ਗੱਲ ਕਰੀਏ ਤਾਂ ਅਸੀਂ ਸੜਕ 'ਤੇ ਜਦੋਂ ਚੱਲਦੇ ਹਾਂ ਤਾਂ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਚੱਲਦੇ ਹਾਂ। ਜੇ ਅਸੀਂ ਅਨੁਸ਼ਾਸਨ ਦੇ ਵਿੱਚ ਨਹੀਂ ਰਹਿੰਦੇ ਤਾਂ ਅਸੀਂ ਸੜਕ ਦੇ ਉੱਪਰ ਜਾਂਦੇ ਵੀ ਆਪਣਾ ਨੁਕਸਾਨ ਕਰਵਾ ਸਕਦੇ ਹਾਂ। ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਵਿਦਿਆਰਥੀ ਦੇ ਨਾਲ ਅਨੁਸ਼ਾਸਨ ਦਾ ਕੀ ਸੰਬੰਧ ਹੈ। ਤਾਂ ਇਹ ਲੇਖ ਨਾਲ ਆਪਣੇ ਸਿੱਧਾ ਸੰਬੰਧਿਤ ਸਿਰਲੇਖ ਹੈ ਆਪਣਾ ਕਿ ਇੱਕ ਵਿਦਿਆਰਥੀ ਦੇ ਨਾਲ ਅਨੁਸ਼ਾਸਨ ਦਾ ਕੀ ਸੰਬੰਧ ਹੈ। ਤਾਂ ਬਹੁਤ ਜ਼ਿਆਦਾ ਇੱਕ ਗੂੜਾ ਸੰਬੰਧ ਹੈ ਵਿਦਿਆਰਥੀ ਦਾ ਅਨੁਸ਼ਾਸਨ ਦੇ ਨਾਲ, ਕਿਉਂਕਿ ਇਹ ਜ਼ਿੰਦਗੀ ਦਾ ਉਹ ਸਮਾਂ ਹੁੰਦਾ ਜਦੋਂ ਵਿਦਿਆਰਥੀ ਨੇ ਆਪਣੇ ਆਉਣ ਵਾਲੀ ਜ਼ਿੰਦਗੀ ਦੀ ਨੀਂਹ ਇੱਥੇ ਬਣਾਉਣੀ ਹੁੰਦੀ ਹੈ। ਕਿਉਂਕਿ ਜੇ ਇੱਥੇ ਵਿਦਿਆਰਥੀ ਵਧੀਆ ਜ਼ਿੰਦਗੀ ਦੇ ਵਿੱਚ ਡਿਸਿਪਲਿਨ 'ਚ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰਦਾ ਤਾਂ ਆਉਣ ਵਾਲੀ ਜ਼ਿੰਦਗੀ ਜਿਹੜੀ ਉਹਦੀ ਹੋਰ ਵਧੀਆ ਬਣ ਸਕਦੀ ਹੈ। ਡਿਸਿਪਲਿਨ ਦੇ ਵਿੱਚ ਰਹਿ ਕੇ, ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਆਪਣਾ ਉਹ ਭਵਿੱਖ ਜਿਹੜਾ ਉਹ ਸੰਵਾਰ ਸਕਦਾ। ਅੱਗੇ ਗੱਲ ਕਰੀਏ ਤਾਂ ਅਫਸੋਸਜਨਕ ਸਥਿਤੀ। ਹੁਣ ਗੱਲ ਇਹ ਆ ਵੀ ਅਸੀਂ ਇਹ ਗੱਲ ਕਰਤਾ ਲਈ ਕਿ ਅਨੁਸ਼ਾਸਨ ਵਧੀਆ ਹੁੰਦਾ, ਵਿਦਿਆਰਥੀ ਨੂੰ ਵੀ ਅਨੁਸ਼ਾਸਨ 'ਚ ਰਹਿਣਾ ਚਾਹੀਦਾ, ਪਰ ਕੀ ਵਿਦਿਆਰਥੀ ਅੱਜ ਉਹਨੇ ਅਨੁਸ਼ਾਸਨ ਦੇ ਵਿੱਚ ਹਨ? ਨਹੀਂ। ਇਹ ਇੱਕ ਅਫਸੋਸਜਨਕ ਸਥਿਤੀ ਹੈ ਸਾਡੇ ਸਾਰਿਆਂ ਲਈ ਕਿ ਅੱਜ ਵਿਦਿਆਰਥੀ ਉੱਦਾਂ ਦਾ ਵਿਦਿਆਰਥੀ ਨਹੀਂ ਹੈ ਜੋ ਅਨੁਸ਼ਾਸਨ ਦੇ ਵਿੱਚ ਰਹਿਣਾ ਸਿੱਖੇ ਔਰ ਪੂਰੀ ਤਰ੍ਹਾਂ ਅਨੁਸ਼ਾਸਨ ਦੇ ਵਿੱਚ ਰਹੇ। ਅੱਜ ਕੱਲ੍ਹ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਅਧਿਆਪਕਾਂ ਨੂੰ, ਮਾਪਿਆਂ ਨੂੰ ਔਰ ਸਮਾਜ ਨੂੰ ਸਹਿਣੀਆਂ ਪੈਂਦੀਆਂ ਕਿ ਜਦੋਂ ਵਿਦਿਆਰਥੀ ਅਨੁਸ਼ਾਸਨ ਦੇ ਵਿੱਚ ਨਹੀਂ ਰਹਿੰਦੇ ਅਤੇ ਕਈ ਤਰ੍ਹਾਂ ਦਾ ਇਨਡਿਸਿਪਲਿਨ ਜਿਹੜਾ ਕ੍ਰੀਏਟ ਹੁੰਦਾ, ਚਾਹੇ ਉਹ ਕਾਲਜ ਵਿੱਚ ਬੱਚੇ ਪੜ੍ਹ ਰਹੇ ਆ, ਚਾਹੇ ਉਹ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ। ਤਾਂ ਇਸ ਤਰ੍ਹਾਂ ਇਹ ਸਥਿਤੀ ਇੱਕ ਅਫਸੋਸਜਨਕ ਹੈ। ਇਹਦੇ ਬਾਰੇ ਆਪਾਂ ਹੁਣ ਅੱਗੇ ਗੱਲ ਕਰਾਂਗੇ ਵੀ ਇਹਦੇ ਕਾਰਨ ਕੀ ਹੈ, ਇਹ ਸਥਿਤੀ ਇੰਨੀ ਅਫਸੋਸਜਨਕ ਕਿਉਂ ਹੈ। ਤਾਂ ਸਭ ਤੋਂ ਪਹਿਲਾ ਕਾਰਨ ਹੈ ਜਿਹੜਾ ਆਪਣਾ ਉਹ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਦਾ ਵਧਣਾ। ਅੱਜ ਕੱਲ੍ਹ ਸਕੂਲਾਂ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਧ ਗਈ ਹੈ, ਪਰ ਜਿੰਨੀ ਵਿਦਿਆਰਥੀਆਂ ਦੀ ਗਿਣਤੀ ਸਾਡੀ ਵਧੀ ਹੋਈ ਹੈ ਉਸ ਦੇ ਮੁਤਾਬਕ ਸਾਡੇ ਸਕੂਲ, ਕਾਲਜ, ਯੂਨੀਵਰਸਿਟੀਆਂ ਵਿੱਚ ਸ਼ਾਇਦ ਉਹਨਾਂ ਇਨਫਰਾਸਟਰਕਚਰ ਨਹੀਂ ਹੈਗਾ, ਜਿਹਦੇ ਕਰਕੇ ਗਿਣਤੀ ਜ਼ਿਆਦਾ ਹੋਣ ਕਰਕੇ ਉੱਥੇ ਇਨਡਿਸਿਪਲਿਨ ਕ੍ਰੀਏਟ ਹੁੰਦਾ ਹੈ। ਇੱਕ ਅਧਿਆਪਕ ਨੂੰ ਜ਼ਿਆਦਾ ਵਿਦਿਆਰਥੀਆਂ ਤੱਕ ਪਹੁੰਚ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਕਲਾਸ ਦੇ ਵਿੱਚ ਜ਼ਿਆਦਾ ਵਿਦਿਆਰਥੀ ਹੋਣ ਕਰਕੇ ਅਧਿਆਪਕ ਨੂੰ ਡਿਸਿਪਲਿਨ ਕ੍ਰੀਏਟ ਕਰਨਾ ਔਖਾ ਹੁੰਦਾ ਹੈ। ਕਈ ਵਾਰੀ ਅਧਿਆਪਕ ਨੂੰ ਵਿਦਿਆਰਥੀਆਂ ਦੇ ਨਾਮ ਤੱਕ ਵੀ ਨਹੀਂ ਪਤਾ ਹੁੰਦੇ, ਜਿਹਦੇ ਕਰਕੇ ਕਲਾਸ ਦੇ ਵਿੱਚ ਆਮ ਤੌਰ 'ਤੇ ਹੀ ਜਿਹੜਾ ਅਨੁਸ਼ਾਸਨਹੀਣਤਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਦੋਸ਼ਪੂਰਨ ਪ੍ਰੀਖਿਆ ਪ੍ਰਣਾਲੀ। ਹੁਣ ਆਪਾਂ ਪ੍ਰੀਖਿਆ ਪ੍ਰਣਾਲੀ ਦੀ ਜੇ ਗੱਲ ਕਰੀਏ ਤਾਂ ਉਹ ਸਾਨੂੰ ਸਾਰਿਆਂ ਨੂੰ ਮੰਨ ਕੇ ਚੱਲਣਾ ਪਏਗਾ ਕਿ ਉਹ ਦੋਸ਼ਪੂਰਨ ਹੈ। ਦੋਸ਼ਪੂਰਨ ਕਿਵੇਂ ਹੈ ਕਿ ਕਈ ਵਾਰੀ ਇੱਕ ਪੜ੍ਹਨ ਵਾਲਾ ਵਿਦਿਆਰਥੀ ਜਿਹੜਾ ਹੈ ਉਹ ਪੂਰਾ ਸਾਲ ਜ਼ੋਰ ਲਾ ਕੇ ਪੜ੍ਹਦਾ, ਪਰ ਜਦੋਂ ਪੇਪਰ ਨੇੜੇ ਆਉਂਦੇ ਆ ਤਾਂ ਇੱਕ ਨਾ ਪੜ੍ਹਨ ਵਾਲਾ ਵਿਦਿਆਰਥੀ ਕਹਿ ਲਓ ਵੀ ਪੌਕਟਾਂ ਦੀ ਵਰਤੋਂ ਕਰਕੇ, ਗਾਈਡਾਂ ਦੀ ਵਰਤੋਂ ਕਰਕੇ, ਪਰਚੀਆਂ ਦੀ ਵਰਤੋਂ ਕਰਕੇ ਪੇਪਰ ਕਰ ਲੈਂਦੇ ਆ ਔਰ ਉਹਦੇ ਵਿੱਚੋਂ ਨੰਬਰ
ਕਈ ਵਾਰੀ ਉਹ ਪੜ੍ਹਨ ਵਾਲੇ ਬੱਚਿਆਂ ਤੋਂ ਵੀ ਜ਼ਿਆਦਾ ਨੰਬਰ ਜਿਹੜੇ ਆ ਉਹ ਲੈ ਜਾਂਦੇ ਆ, ਜਿਹਦੇ ਕਰਕੇ ਜਿਹੜੇ ਪੜ੍ਹਨ ਵਾਲੇ ਬੱਚੇ ਆ ਉਹਨਾਂ ਵਿੱਚ ਨਿਰਾਸ਼ਤਾ ਪੈਦਾ ਹੁੰਦੀ ਹੈ ਔਰ ਇਸੇ ਤਰ੍ਹਾਂ ਉਹ ਅਨੁਸ਼ਾਸਨਹੀਨਤਾ ਦਾ ਜਨਮ ਉੱਥੋਂ ਹੋ ਜਾਂਦਾ, ਕਿਉਂਕਿ ਜੇ ਪ੍ਰੀਖਿਆ ਪ੍ਰਣਾਲੀ ਸਾਡੀ ਸਹੀ ਨਾ ਹੋਣ ਕਰਕੇ ਉੱਥੋਂ ਅਨੁਸ਼ਾਸਨਹੀਨਤਾ ਪੈਦਾ ਹੁੰਦੀ ਹੈ। ਇਦੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਬੇਰੁਜ਼ਗਾਰੀ ਦੀ ਸਮੱਸਿਆ। ਤਾਂ ਜਦੋਂ ਬੱਚਾ ਪੜ੍ਹ ਰਿਹਾ ਹੁੰਦਾ ਤਾਂ ਕਈ ਵਾਰੀ ਉਹਨਾਂ ਨੂੰ ਆਪਣਾ ਭਵਿੱਖ ਹੀ ਨਹੀਂ ਦਿਖਦਾ ਹੁੰਦਾ। ਭਵਿੱਖ ਕਹਿਣ ਦਾ ਭਾਵ ਉਹਨੂੰ ਧੁੰਦਲਾ ਦਿਖਦਾ ਹੁੰਦਾ। ਕਈ ਵਾਰੀ ਉਹਨਾਂ ਦੇ ਆਸ-ਪਾਸ ਵਿੱਚ, ਉਹਨਾਂ ਦੀ ਰਿਸ਼ਤੇਦਾਰੀ ਵਿੱਚ, ਉਹਨਾਂ ਦੇ ਜਾਣ ਪਛਾਣ ਵਾਲਿਆਂ ਦੇ ਵਿੱਚ ਬੱਚੇ ਪੜ੍ਹੇ ਹੁੰਦੇ ਆ, ਉਹ ਵੱਡੇ ਹੋ ਕੇ ਉਹ ਬੇਰੁਜ਼ਗਾਰ ਫਿਰਦੇ ਆ, ਉਹ ਕੋਈ ਕੰਮ ਨਹੀਂ ਕਰ ਰਹੇ ਹੁੰਦੇ, ਜਿਹਦੇ ਕਰਕੇ ਪੜ੍ਹ ਰਹੇ ਬੱਚਿਆਂ ਦੇ ਉੱਪਰ ਉਹਦਾ ਬੜਾ ਮਾੜਾ ਅਸਰ ਪੈਂਦਾ ਕਿ ਜਿਹੜੇ ਸਾਡੇ ਤੋਂ ਵੱਡੇ ਪੜ੍ਹੇ ਆ ਉਹਨਾਂ ਨੇ ਪੜ੍ਹ ਕੇ ਕੁਛ ਵੀ ਨਹੀਂ ਖੱਟਿਆ, ਉਹ ਅੱਜ ਵਿਹਲੇ ਤੁਰੇ ਫਿਰਦੇ ਆ, ਅਤੇ ਉਹਨਾਂ ਨੂੰ ਵੀ ਸ਼ਾਇਦ ਇੱਦਾਂ ਲੱਗਦਾ ਕਿ ਅਸੀਂ ਵੀ ਵਿਹਲੇ ਫਿਰਾਂਗੇ। ਤਾਂ ਇੱਕ ਬੇਰੁਜ਼ਗਾਰੀ ਜਿਹੜੀ ਹੈ ਉਹ ਇੱਕ ਬਹੁਤ ਵੱਡਾ ਜਿਹੜੇ ਅਨੁਸ਼ਾਸਨਹੀਨਤਾ ਨੂੰ ਜਨਮ ਦਿੰਦੀ ਹੈ। ਇਦੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਨਸ਼ਿਆਂ ਵੱਲ ਰੁਝਾਨ। ਤਾਂ ਨਸ਼ਿਆਂ ਵੱਲ ਰੁਝਾਨ ਇਸੇ ਤਰ੍ਹਾਂ ਜਦੋਂ ਬੇਰੁਜ਼ਗਾਰੀ ਹੁੰਦੀ ਹੈ ਤਾਂ ਨਸ਼ਿਆਂ ਵੱਲ ਰੁਝਾਨ ਵੀ ਆਟੋਮੈਟਿਕ ਵੱਧਦਾ ਹੈ। ਕਈ ਵਾਰੀ ਕੀ ਹੁੰਦਾ, ਘਰਾਂ ਦੇ ਵਿੱਚ ਬੱਚਿਆਂ ਦੇ ਮਾਪੇ ਜਾਂ ਰਿਸ਼ਤੇਦਾਰ ਕੋਈ ਨਸ਼ਾ ਕਰਦੇ ਆ, ਉਹ ਬੱਚਿਆਂ ਦੇ ਸਾਹਮਣੇ ਜਦੋਂ ਨਸ਼ਾ ਕਰਦੇ ਆ ਤਾਂ ਬੱਚਿਆਂ ਦੇ ਉੱਪਰ, ਉਹਨਾਂ ਦੇ ਕੋਈ ਛੋਟੀ ਉਮਰ ਦੇ ਹੁੰਦੇ ਆ ਬੱਚੇ, ਤਾਂ ਉਹਨਾਂ ਦੇ ਦਿਮਾਗ ਦੇ ਉੱਪਰ ਕਈ ਵਾਰੀ ਉਸ ਨਸ਼ੇ ਦਾ ਅਸਰ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਂਦਾ। ਤਾਂ ਉਹਦੇ ਕਰਕੇ ਵੀ ਕਈ ਵਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਵੀ ਬੜੀ ਇੱਕ ਮਾੜੀ ਅਫਸੋਸਜਨਕ ਸਥਿਤੀ ਹੁਣ ਬਣਦੀ ਜਾ ਰਹੀ ਵੀ ਕਈ ਵਾਰੀ ਸਕੂਲਾਂ ਦੇ ਵਿੱਚ ਵੀ ਨਸ਼ਿਆਂ ਦੇ ਜਿਹੜੇ ਕੇਸ ਉਹ ਸਾਹਮਣੇ ਆਉਂਦੇ ਆ। ਤਾਂ ਜਦੋਂ ਇਹੋ ਜਿਹੇ ਬੱਚੇ ਘਰੇ ਨਸ਼ਾ ਕਰਦੇ, ਆਪਣੇ ਮਾਪਿਆਂ ਨੂੰ ਦੇਖਦੇ ਆ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਦੇਖਦੇ ਆ, ਤਾਂ ਉਹ ਨਸ਼ੇ ਕਰਨ ਦੀ ਉਹਨਾਂ ਨੂੰ ਲੱਤ ਲੱਗ ਜਾਂਦੀ ਹੈ। ਕਈ ਵਾਰੀ ਉਹ ਬੱਚੇ ਘਰਾਂ ਤੋਂ ਬਾਹਰ ਕੰਮ ਕਰਨ ਲਈ ਜਾਂਦੇ ਆ, ਉੱਥੇ ਜਦੋਂ ਉਹ ਜਾਂਦੇ ਆ, ਉੱਥੇ ਜਾ ਕੇ ਉਹ ਨਸ਼ੇ ਕਰਨ ਵਾਲਿਆਂ ਦੀ ਜਿਹੜੀ ਗ੍ਰਿਫਤ ਹੈ ਉਹਦੇ ਵਿੱਚ ਆ ਜਾਂਦੇ ਆ। ਤਾਂ ਕਈ ਵਾਰੀ ਉਹ ਸਕੂਲ ਦੇ ਵਿੱਚ ਵੀ ਬੱਚੇ ਆ ਉਹ ਨਸ਼ਾ ਕਰਨ ਆ ਜਾਂਦੇ ਆ, ਨਸ਼ਾ ਕਰਕੇ ਆ ਜਾਂਦੇ ਆ, ਔਰ ਦੂਜੇ ਵਿਦਿਆਰਥੀਆਂ ਦੇ ਉੱਪਰ ਵੀ ਉਹ ਮਾੜਾ ਪ੍ਰਭਾਵ ਪਾਉਂਦੇ ਆ। ਇਦੋਂ ਅੱਗੇ ਜੇ ਆਪਾਂ ਗੱਲ ਕਰੀਏ ਤਾਂ ਉਹ ਹੈ ਮਾਪਿਆਂ ਦੀ ਅਣਗਹਿਲੀ। ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਮਾਪਿਆਂ ਦੀ ਅਣਗਹਿਲੀ ਵੀ ਹੁੰਦੀ ਹੈ ਕਿ ਜਦੋਂ ਵੀ ਵਿਦਿਆਰਥੀ ਤੁਹਾਡਾ ਪੜ੍ਹ ਰਿਹਾ ਤਾਂ ਕਈ ਵਾਰੀ ਮਾਪਿਆਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਬੱਚਾ ਕਿਹੜੀ ਕਲਾਸ ਦੇ ਵਿੱਚ ਪੜ੍ਹ ਰਿਹਾ, ਉਹ ਉੱਥੇ ਜਾ ਕੇ ਕੀ ਪੜ੍ਹ ਰਿਹਾ, ਉਹ ਘਰ ਦੇ ਵਿੱਚ ਆ ਕੇ ਸਕੂਲ ਦਾ ਕੰਮ ਕਰ ਰਿਹਾ, ਜਿਹਦੇ ਕਰਕੇ ਉਹ ਬੱਚਾ ਅਵੇਸਲਾ ਹੋ ਜਾਂਦਾ, ਉਹ ਅਧਿਆਪਕਾਂ ਦੇ ਕੀਤੇ ਹੋਏ ਕੰਮ ਨੂੰ ਕਰਦਾ ਨਹੀਂ, ਉਹਦੇ ਕਰਕੇ ਫਿਰ ਉਹ ਸਕੂਲ ਤੋਂ ਛੁੱਟੀ ਕਰੇਗਾ, ਅਧਿਆਪਕ ਦੀ ਗੱਲ ਨਹੀਂ ਮੰਨੇਗਾ, ਜਾਂ ਕਈ ਵਾਰੀ ਕਲਾਸ ਦੇ ਵਿੱਚ ਅਨੁਸ਼ਾਸਨਹੀਨਤਾ ਵੀ ਇਹੋ ਜਿਹਾ ਬੱਚਾ ਪੈਦਾ ਕਰ ਦਿੰਦਾ। ਇਸ ਕਰਕੇ ਇੱਕ ਬੜਾ ਵੱਡਾ ਯੋਗਦਾਨ ਮਾਪਿਆਂ ਦਾ ਵੀ ਹੁੰਦਾ। ਜਦੋਂ ਅਸੀਂ ਉਸ ਬੱਚੇ ਦੀ ਅਨੁਸ਼ਾਸਨਹੀਨਤਾ ਦਾ ਇਹ ਗੱਲ ਕਰਦੇ ਹਾਂ ਤਾਂ ਮਾਪੇ ਉਹਦੇ ਵਿੱਚ ਕਿਤੇ ਨਾ ਕਿਤੇ ਮਾਪੇ ਵੀ ਉਹਦੇ ਵਿੱਚ ਕਸੂਰਵਾਰ ਹੁੰਦੇ ਆ। ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਕਿ ਅਧਿਆਪਕਾਂ ਦਾ ਸਤਿਕਾਰ, ਤਾਂ ਇਸੇ ਤਰ੍ਹਾਂ ਜਦੋਂ ਬੱਚੇ ਘਰੋਂ ਇਨਡਿਸਿਪਲਿਨ ਕਈ ਵਾਰੀ ਸਿੱਖਦੇ ਆ, ਬਾਹਰੋਂ ਸਿੱਖਦੇ ਆ, ਅਤੇ ਉਹੋ ਜਿਹਾ ਅਨੁਸ਼ਾਸਨਹੀਨਤਾ ਹੀ ਉਹ ਸਕੂਲ ਦੇ ਵਿੱਚ ਲੈ ਆਉਂਦੇ ਆ। ਤਾਂ ਉਸੇ ਕਰਕੇ ਉਹ ਅਧਿਆਪਕਾਂ ਨਾਲ ਅਨੁਸ਼ਾਸਨਹੀਨਤਾ ਰੱਖਦੇ ਆ, ਅਧਿਆਪਕਾਂ ਨਾਲ ਸਹੀ ਵਿਵਹਾਰ ਨਹੀਂ ਕਰਦੇ, ਬੋਲ ਚਾਲ ਉਹਨਾਂ ਨਾਲ ਸਹੀ ਨਹੀਂ ਰੱਖਦੇ। ਕਲਾਸ ਦੇ ਵਿੱਚ ਵੀ ਕਈ ਵਾਰੀ ਬੱਚੇ ਆ ਜਿਹੜੇ ਉਹ ਸਹੀ ਤਰੀਕੇ ਨਾਲ ਵਿਵਹਾਰ ਨਹੀਂ ਕਰਦੇ, ਤਾਂ ਅਧਿਆਪਕ ਜਦੋਂ ਉਹਨਾਂ ਨੂੰ ਡਾਂਟਦੇ ਆ ਤਾਂ ਇਸ ਤਰ੍ਹਾਂ ਦੇ ਬੱਚੇ ਫਿਰ ਅਨੁਸ਼ਾਸਨਹੀਨਤਾ ਜਿਹੜੀ ਹੈ ਉਹ ਫੈਲਾਉਂਦੇ ਆ। ਤਾਂ ਅਧਿਆਪਕਾਂ ਦਾ ਸਤਿਕਾਰ ਜਿਵੇਂ ਜੇ ਅੱਜ ਬੱਚੇ ਘਟਾ ਰਹੇ ਆ, ਉਹਦੇ ਕਰਕੇ ਹੀ ਅਨੁਸ਼ਾਸਨਹੀਨਤਾ ਜਿਹੜੀ ਹੈ ਉਹ ਸਮਾਜ ਦੇ ਵਿੱਚ ਵੱਧਦੀ ਜਾ ਰਹੀ ਹੈ। ਸਕੂਲਾਂ ਦੇ ਵਿੱਚ ਅਨੁਸ਼ਾਸਨਹੀਨਤਾ ਵਧਣ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਜਿਵੇਂ ਜਿਵੇਂ ਬੱਚੇ ਅਧਿਆਪਕਾਂ ਦਾ ਸਤਿਕਾਰ ਘਟਾ ਰਹੇ ਆ। ਇਦੋਂ ਅੱਗੇ ਜੇ ਆਪਾਂ ਕਾਰਨ ਦੀ ਗੱਲ ਕਰੀਏ ਤਾਂ ਉਹ ਹੈ ਆਰਥਿਕ ਸੰਕਟ। ਆਰਥਿਕ ਸੰਕਟ ਤੋਂ ਭਾਵ ਹੈ ਪੈਸੇ ਦਾ ਨਾ ਹੋਣਾ। ਦੇਖੋ ਸਾਡੇ ਇਸ ਹਿੰਦੁਸਤਾਨ ਦੇ ਵਿੱਚ ਜਿਹੜੇ ਬੱਚੇ ਸਾਡੇ ਕੋਲ ਪੜ੍ਹਦੇ ਆ ਤਾਂ ਜਦੋਂ ਉਹ ਕਿਉਂਕਿ ਪੈਸੇ ਦੀ ਲੋੜ, ਬੱਚਾ ਜਦੋਂ 8-10 ਸਾਲ ਦਾ ਹੋ ਜਾਂਦਾ ਤਾਂ ਉਹਨੂੰ ਆਪਣੇ ਜੇਬ ਖਰਚੇ ਦੀ ਲੋੜ ਹੁੰਦੀ ਹੈ, ਤਾਂ ਉਹ ਬੱਚੇ ਕਈ ਵਾਰੀ ਮਾਪਿਆਂ ਕੋਲ ਪੈਸੇ ਮੰਗਦੇ ਆ, ਤਾਂ ਕਈ ਵਾਰੀ ਮਾਪਿਆਂ ਕੋਲੇ ਉਹ ਨਹੀਂ ਗੁੰਜਾਇਸ਼ ਹੁੰਦੀ ਪੈਸੇ ਦੇਣ ਦੀ। ਤਾਂ ਇਸ ਤਰ੍ਹਾਂ ਉਹ ਬੱਚੇ ਅਨੁਸ਼ਾਸਨਹੀਨਤਾ ਪੈਦਾ ਕਰਦੇ ਆ, ਘਰੇ ਲੜਾਈ ਕਰਦੇ ਆ, ਸਕੂਲ ਦੇ ਵਿੱਚ ਆ ਕੇ ਉਹ ਮਾਹੌਲ ਖਰਾਬ ਕਰਦੇ ਆ। ਕਿਉਂਕਿ ਬਾਹਰਲੇ ਦੇਸ਼ਾਂ ਦੀ ਜੇ ਗੱਲ ਕਰੀਏ ਤਾਂ ਉੱਥੇ ਵਿਦਿਆਰਥੀ ਜਦੋਂ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰ ਲੈਂਦਾ ਉਸ ਤੋਂ ਬਾਅਦ ਨਾਲ ਉਹ ਕੰਮ ਕਰ ਸਕਦਾ ਹੁੰਦਾ। ਪਰ ਇੱਥੇ ਸਾਡੇ ਜਿਹੜੇ ਬੱਚੇ ਜਦੋਂ ਛੋਟੀਆਂ ਜਮਾਤਾਂ ਦੇ ਵਿੱਚ ਹੀ ਬੱਚੇ ਜਦੋਂ ਆਰਥਿਕ ਸੰਕਟ ਨਾਲ ਜੂਝ ਰਹੇ ਹੁੰਦੇ ਆ, ਤੇ ਕਈ ਵਾਰੀ ਉਹ ਬੱਚੇ ਸਕੂਲ ਪੜ੍ਹਦਿਆਂ ਦੌਰਾਨ 6ਵੀਂ 7ਵੀਂ 8ਵੀਂ ਦੌਰਾਨ ਹੀ ਉਹ ਬੱਚੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਦਿਹਾੜੀ ਜਾਣੀ ਸ਼ੁਰੂ ਕਰ ਦਿੰਦੇ ਆ, ਤਾਂ ਲੇਬਰ ਕਰਨੀ ਸ਼ੁਰੂ ਕਰ ਦਿੰਦੇ ਆ, ਜਿਹਦੇ ਕਰਕੇ ਉਹ ਬੱਚੇ ਜਦੋਂ ਬਾਹਰਲੇ ਸਮਾਜ ਦੇ ਸੰਪਰਕ ਵਿੱਚ ਆਉਂਦੇ ਆ ਤਾਂ ਉਹ ਇਨਡਿਸਿਪਲਿਨ ਜਿਹੜਾ ਉਹ ਉੱਥੋਂ ਸਿੱਖਦੇ ਆ, ਅਤੇ ਉਹ ਆ ਕੇ ਸਕੂਲ ਦੇ ਵਿੱਚ ਫਿਰ ਉਹ ਬੱਚੇ ਇਨਡਿਸਿਪਲਿਨ ਜਿਹੜਾ ਉਹ ਕ੍ਰੀਏਟ ਕਰਦੇ ਰਹਿੰਦੇ ਆ। ਤਾਂ ਇਹ ਸੀ ਆਪਣੇ ਕੁਝ ਕਾਰਨ। ਕੀ ਕਾਰਨ ਹੈਗੇ ਸੀਗੇ ਜਿਹੜੇ ਆਪਾਂ ਹੁਣ ਤੱਕ ਵਿਚਾਰ ਚਰਚਾ ਕੀਤੀ ਹੈ, ਕਿਹੜੇ ਕਿਹੜੇ ਸੀ ਆਪਾਂ ਇੱਕ ਵਾਰੀ ਦੁਬਾਰਾ ਉਹਨਾਂ ਨੂੰ ਰਿਵਾਈਜ਼ ਕਰ ਦਿੰਦੇ ਹਾਂ। ਇੱਕ ਤਾਂ ਵਿਦਿਆਰਥੀਆਂ ਦੀ ਗਿਣਤੀ ਦਾ ਵਧਣਾ, ਦੂਜਾ ਸੀਗਾ ਦੋਸ਼ਪੂਰਨ ਪ੍ਰੀਖਿਆ ਪ੍ਰਣਾਲੀ, ਤੀਜਾ ਸੀਗਾ ਬੇਰੁਜ਼ਗਾਰੀ ਦੀ ਸਮੱਸਿਆ, ਅਗਲਾ ਸੀਗਾ ਨਸ਼ਿਆਂ ਵੱਲ ਰੁਝਾਨ, ਇਦੋਂ ਅੱਗੇ ਸੀਗਾ ਮਾਪਿਆਂ ਦੀ ਅਣਗਹਿਲੀ, ਉਦੋਂ ਅੱਗੇ ਅਧਿਆਪਕਾਂ ਦਾ ਸਤਿਕਾਰ ਘਟਣਾ, ਤਾਂ ਇਦੋਂ ਅੱਗੇ ਸੀਗਾ ਆਰਥਿਕ ਸੰਕਟ। ਤਾਂ ਇਹ ਸੀ ਆਪਣੇ ਕੁਝ ਕਾਰਨ ਜਿਹੜੇ
ਇਨਡਿਸਿਪਲਿਨ ਨੂੰ, ਅਨੁਸ਼ਾਸਨਹੀਨਤਾ ਨੂੰ ਜਨਮ ਦਿੰਦੇ ਆ। ਤਾਂ ਹੁਣ ਆਪਾਂ ਅਖੀਰ 'ਤੇ ਗੱਲ ਕਰਾਂਗੇ ਕਿ ਇਸ ਆਰਥਿਕ ਜਿਹੜਾ ਇਹ ਸਾਡਾ ਅਨੁਸ਼ਾਸਨਹੀਨਤਾ ਬਣਦੀ ਏ, ਇਹਨੂੰ ਅਸੀਂ ਘੱਟ ਕਿਵੇਂ ਕਰ ਸਕਦੇ ਹਾਂ। ਇਹਦੇ ਵਿੱਚ ਅਧਿਆਪਕ, ਮਾਪੇ ਅਤੇ ਸਮਾਜ ਆਪਣਾ ਯੋਗਦਾਨ ਕਿਸ ਤਰ੍ਹਾਂ ਪਾ ਸਕਦੇ ਆ। ਹੁਣ ਆਪਾਂ ਉਹਦੇ ਬਾਰੇ ਗੱਲ ਕਰਾਂਗੇ, ਅਸੀਂ ਇਹਨੂੰ ਘਟਾ ਕਿਵੇਂ ਸਕਦੇ ਹਾਂ, ਅਨੁਸ਼ਾਸਨਹੀਨਤਾ ਨੂੰ ਕਿਵੇਂ ਘਟਾ ਸਕਦੇ ਹਾਂ। ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇਲਾਜ ਕੀ ਹੈਗਾ, ਸਭ ਤੋਂ ਪਹਿਲਾਂ ਹੈਗਾ ਅਧਿਆਪਕ ਦਾ ਕੀ ਰੋਲ ਹੈ। ਤਾਂ ਜਿਹੜਾ ਇੱਕ ਅਧਿਆਪਕ ਹੈ ਉਹ ਵਿਦਿਆਰਥੀਆਂ ਦਾ ਇੱਕ ਰੋਲ ਮਾਡਲ ਹੁੰਦਾ। ਉਹਨੇ ਬੱਚਿਆਂ ਦੇ ਉੱਪਰ ਆਪਣਾ ਬਹੁਤ ਪ੍ਰਭਾਵ ਪਾਉਣਾ ਹੁੰਦਾ। ਤਾਂ ਅਧਿਆਪਕਾਂ ਦਾ ਫਰਜ਼ ਬਣਦਾ ਕਿ ਉਹ ਵਿਦਿਆਰਥੀਆਂ ਨੂੰ ਵਧੀਆ ਤਰੀਕੇ ਨਾਲ ਗਾਈਡ ਕਰੇ, ਸਮੇਂ-ਸਮੇਂ 'ਤੇ ਉਹਨਾਂ ਨੂੰ ਸਮਝਾਉਂਦਾ ਰਹੇ, ਕਲਾਸ ਦੇ ਵਿੱਚ ਉਹਨਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਵੇ ਔਰ ਅਨੁਸ਼ਾਸਨ ਵਿੱਚ ਰਹਿਣ ਦੇ ਉਹਨਾਂ ਨੂੰ ਤਰੀਕੇ ਵੀ ਦੱਸੇ ਔਰ ਉਹਦੇ ਫਾਇਦੇ ਵੀ ਜਿਹੜੇ ਆ ਉਹ ਸਮਝਾਵੇ। ਇੱਦੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਉਹਦੇ ਵਿੱਚ ਮਾਪਿਆਂ ਦਾ ਕੀ ਰੋਲ ਹੋ ਸਕਦਾ। ਤਾਂ ਜਿਵੇਂ ਆਪਾਂ ਗੱਲ ਕੀਤੀ ਸੀ ਵੀ ਕਈ ਵਾਰੀ ਮਾਪੇ ਆਪਣੇ ਕਾਰੋਬਾਰ ਵਿੱਚ ਇੰਨੇ ਬਿਜ਼ੀ ਹੁੰਦੇ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਬੱਚਾ ਕੀ ਕਰ ਰਿਹਾ। ਤਾਂ ਮਾਪਿਆਂ ਦਾ ਇੱਥੇ ਬਹੁਤ ਵੱਡਾ ਯੋਗਦਾਨ ਬਣਦਾ ਹੈ ਕਿ ਮਾਪੇ ਆਪਣੇ ਬੱਚਿਆਂ ਵੱਲ ਧਿਆਨ ਦੇਣ ਤਾਂ ਕਿ ਉਹ ਅਨੁਸ਼ਾਸਨ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਜਿਉਣ। ਇੱਦੋਂ ਅੱਗੇ ਹੈ ਸਰਕਾਰ ਦਾ ਰੋਲ। ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੈ। ਤਾਂ ਸਰਕਾਰਾਂ ਨੂੰ ਵੀ ਚਾਹੀਦਾ ਕਿ ਉਹ ਸਮਾਜ ਦੇ ਵਿੱਚ ਸਮੇਂ-ਸਮੇਂ 'ਤੇ ਇਹੋ ਜਿਹੇ ਜਾਗਰੂਕਤਾ ਕੈਂਪ ਲਗਾਵੇ, ਟੀਵੀ ਰਾਹੀਂ ਕੈਂਪ ਲਗਾ ਕੇ ਜਾਂ NGOs ਹੈਗੇ ਉਹਨਾਂ ਰਾਹੀਂ ਅਨੁਸ਼ਾਸਨ ਵਿੱਚ ਰਹਿਣ ਬਾਰੇ ਬੱਚਿਆਂ ਨੂੰ ਜਾਗਰੂਕ ਸਮੇਂ-ਸਮੇਂ 'ਤੇ ਸਰਕਾਰ ਕਰਦੀ ਰਹੇ। ਔਰ ਆਖਰੀ ਔਰ ਸਭ ਤੋਂ ਜ਼ਰੂਰੀ ਉਹ ਹੈ ਸਵੈ ਅਨੁਸ਼ਾਸਨ। ਸਵੈ ਅਨੁਸ਼ਾਸਨ ਤੋਂ ਭਾਵ ਕੀ ਹੁੰਦਾ, ਵਿਦਿਆਰਥੀ ਖੁਦ ਅਨੁਸ਼ਾਸਨ ਵਿੱਚ ਰਹਿਣਾ ਸਿੱਖਣਾ। ਜਿਸ ਦਿਨ ਅਸੀਂ ਖੁਦ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਲਿਆ, ਉਸ ਦਿਨ ਅਸੀਂ ਆਪਣੇ ਅਨੁਸ਼ਾਸਨ ਵਿੱਚ ਰਹਿਣ 'ਤੇ ਸਾਨੂੰ ਕਿਸੇ ਦੀ ਵੀ ਲੋੜ ਨਹੀਂ ਪਏਗੀ, ਅਸੀਂ ਖੁਦ ਹੀ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਜਾਵਾਂਗੇ। ਤਾਂ ਸਭ ਤੋਂ ਜ਼ਰੂਰੀ ਹੈ ਸਾਡਾ ਸਵੈ ਅਨੁਸ਼ਾਸਨ ਪੈਦਾ ਕਰਨਾ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਆਪਣਾ ਅੱਜ ਦਾ ਲੇਖ, ਵਿਦਿਆਰਥੀ ਅਤੇ ਅਨੁਸ਼ਾਸਨ। ਇਹਦੇ ਵਿੱਚ ਅਸੀਂ ਉਹਦੇ ਅਨੁਸ਼ਾਸਨ ਦੇ ਵਿੱਚ ਜਿਹੜੇ ਅਨੁਸ਼ਾਸਨਹੀਨਤਾ ਉਹਦੇ ਬਾਰੇ ਗੱਲ ਕੀਤੀ, ਉਹਦੇ ਕਾਰਨਾਂ ਬਾਰੇ ਗੱਲ ਕੀਤੀ ਔਰ ਉਹਦੇ ਹੱਲ ਬਾਰੇ ਗੱਲ ਕੀਤੀ। ਮੈਂ ਉਮੀਦ ਕਰਾਂਗਾ ਸਾਰੇ ਵਿਦਿਆਰਥੀਆਂ ਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ ਔਰ ਇਹਦੇ ਨਾਲ ਤੁਸੀਂ ਵਧੀਆ ਲੇਖ ਜਿਹੜਾ ਆਪਣਾ ਬਣਾ ਸਕਦੇ ਹੋ ਔਰ ਜ਼ਿੰਦਗੀ ਵਿੱਚ ਅਨੁਸ਼ਾਸਨ ਵਿੱਚ ਰਹਿਣਾ ਵੀ ਤੁਸੀਂ ਸਿੱਖ ਜਾਓਗੇ। ਇਹਦੇ ਨਾਲ ਅਸੀਂ ਜ਼ਿੰਦਗੀ ਵਿੱਚ ਅੱਗੇ ਵੱਧ ਸਕਦੇ ਹਾਂ। ਔਰ ਇਹ ਜਿਹੜਾ ਲੇਖ ਆਪਾਂ ਅੱਜ ਕੀਤਾ, ਸਾਰੇ ਵਿਦਿਆਰਥੀ ਇਹਨਾਂ ਦੇ ਸਿਰਲੇਖ ਤੋਂ ਆਪਣਾ ਇੱਕ ਲੇਖ ਤਿਆਰ ਕਰਕੇ ਕਾਪੀਆਂ ਉੱਪਰ ਲਿਖ ਲੈਣ ਔਰ ਮੈਂ ਉਮੀਦ ਕਰਾਂਗਾ ਸਾਰੇ ਵਿਦਿਆਰਥੀ ਇਸ ਲੇਖ ਦੇ ਵਿੱਚੋਂ ਬਹੁਤ ਵਧੀਆ ਨੰਬਰ ਪ੍ਰਾਪਤ ਕਰਨਗੇ। ਅੱਜ ਦੇ ਲਈ ਇੰਨਾ ਹੀ। ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।